ਪੜ੍ਹ ਹਾਂਜੀ ਸਿਸਟਰ ਜੀ go ahead। ਫਿਲਿਸਤੀਆਂ ਦੀ ਹਾਰ। ਸਾਊਲ ਦੇ ਪਹਿਰੇਦਾਰਾਂ ਨੇ ਬਿਨਯਾਮੀਨ ਦੇ ਇਲਾਕੇ ਦੇ ਗਿਬਿਆ ਵਿੱਚ ਫਿਲਿਸਤੀਆਂ ਨੂੰ ਘਬਰਾਹਟ ਵਿੱਚ ਚਾਰੇ ਪਾਸੇ ਦੌੜਦੇ ਦੇਖਿਆ। ਸਾਊਲ ਨੇ ਆਦਮੀਆਂ ਨੂੰ ਕਿਹਾ, ਆਪਣੇ ਆਦਮੀ ਗਿਣੋ ਅਤੇ ਦੇਖੋ ਕੌਣ ਕੌਣ ਇੱਥੇ ਨਹੀਂ ਹੈ। ਆਦਮੀਆਂ ਨੇ ਗਿਣਤੀ ਕੀਤੀ ਤਾਂ ਪਤਾ ਲੱਗਾ ਕਿ ਜੋਨਾਥਨ ਅਤੇ ਉਸਦਾ ਹਥਿਆਰ ਚੁੱਕਣ ਵਾਲਾ ਜਵਾਨ ਉੱਥੇ ਨਹੀਂ ਹੈ। ਤਦ ਸਾਊਲ ਨੇ ਪੁਰੋਹਿਤ ਅਹੀਯਾਹ ਨੂੰ ਕਿਹਾ, ਪਰਮੇਸ਼ਰ ਦੇ ਨੇਮ ਦਾ ਸੰਦੂਕ ਕਿੱਥੇ ਲੈ ਕੇ ਆ। ਉਸਨੇ ਇਹ ਕਿਹਾ ਕਿਉਂਕਿ ਉਸ ਦਿਨ ਪਰਮੇਸ਼ਰ ਦੇ ਨਾਂ ਦਾ ਸੰਦੂਕ ਇਸਰਾਏਲੀਆਂ ਦੇ ਨਾਲ ਗਿਆ ਸੀ। ਜਦੋਂ ਸਾਊਲ ਇਹ ਕਹਿ ਰਿਹਾ ਸੀ ਤਾਂ ਫਿਲਿਸਤੀਆਂ ਦੇ ਕੈਂਪ ਵਿੱਚ ਘਬਰਾਹਟ ਮਿਲਿਆ ਰੌਲਾ ਹੋਰ ਵੱਧ ਗਿਆ। ਤਾਂ ਸਾਊਲ ਨੇ ਪੁਰੋਹਿਤ ਨੂੰ ਕਿਹਾ, ਤੂੰ ਰੁਕ ਜਾ, ਹੁਣ ਕੁਝ ਕਰਨ ਦਾ ਮੌਕਾ ਨਹੀਂ ਰਿਹਾ। ਫਿਰ ਸਾਊਲ ਆਪਣੇ ਆਦਮੀਆਂ ਨਾਲ ਫਿਲਿਸਤੀਆਂ ਵਿਰੁੱਧ ਲੜਨ ਲਈ ਨਿਕਲ ਪਿਆ। ਪਰ ਫਿਲਿਸਤੀ ਘਬਰਾਹਟ ਵਿੱਚ ਇੱਕ ਦੂਜੇ ਨੂੰ ਕਤਲ ਕਰ ਰਹੇ ਸਨ। ਜੋ ਇਬਰਾਨੀ ਇਸ ਵੇਲੇ ਫਿਲਿਸਤੀਆਂ ਨਾਲ ਸਨ, ਉਹ ਵੀ ਇਸ ਸਮੇਂ ਉਹਨਾਂ ਦਾ ਸਾਥ ਛੱਡ ਕੇ ਸਾਊਲ ਅਤੇ ਜੋਨਾਥਨ ਨਾਲ ਮਿਲ ਗਏ। ਕੁਝ ਇਬਰਾਨੀ ਇਫਰਾਇਮ ਦੇ ਪਹਾੜ ਵਿੱਚ ਲੁਕ ਗਏ ਸਨ। ਉਹਨਾਂ ਵੀ ਜਦੋਂ ਦੇਖਿਆ ਕਿ ਫਿਲਿਸਤੀ ਨੱਠ ਰਹੇ ਸਨ ਤਾਂ ਉਹ ਵੀ ਦਲੇਰੀ ਨਾਲ ਫਿਲਿਸਤੀਆਂ ਦਾ ਪਿੱਛਾ ਕਰਨ ਲੱਗੇ। ਉਸ ਦਿਨ ਲੜਾਈ ਬਤੈਅਵਨ ਤੱਕ ਪਹੁੰਚ ਗਈ ਸੀ। ਇਸ ਤਰ੍ਹਾਂ ਪ੍ਰਭੂ ਨੇ ਇਸਰਾਏਲੀਆਂ ਦਾ ਬਚਾਅ ਕੀਤਾ। ਆਮੀਨ। ਸੋ ਜਿਸ ਵੇਲੇ ਅਸੀਂ ਮੈਪ ਦੇ ਵਿੱਚ ਦੇਖਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਜਿਹੜੇ ਪ੍ਰਭੂ ਦੇ ਲੋਕ ਆ, ਲੈਟ ਮੀ ਪੁੱਲ ਦੈਟ ਮੈਪ ਆਊਟ। ਸੋ ਆ ਜਿਹੜਾ ਸਾਰਾ ਇਲਾਕਾ ਇਹ ਫਿਲਿਸਤੀਆਂ ਦਾ ਇਲਾਕਾ ਆ। ਸੋ ਇੱਥੇ ਲੜਾਈ ਚੱਲਦੀ ਪਈ ਆ ਔਰ ਇੱਥੋਂ ਦਾਨ ਦੇ ਕਬੀਲੇ ਦੇ ਲਾਗੇ ਦੇ ਇਲਾਕੇ ਦੇ ਵਿੱਚ ਉਹ ਆਇਓ ਆ। ਸੋ ਮੋਸਟਲੀ ਜਿਹੜਾ ਉਹ ਰਹਿੰਦੇ ਹੈਗੇ ਆ ਇਸ ਵੇਲੇ ਜਿਹੜੀ ਸੈਨਾ ਖੜੀ ਆ, ਉਹਨਾਂ ਨੂੰ ਪਤਾ ਲੱਗ ਗਿਆ ਹੈਗਾ ਕਿ ਇੱਥੋਂ ਫਿਲਿਸਤੀਨ ਦੇ ਜਿਹੜੇ ਲੋਕ ਆ, ਫਿਲਿਸਤੀ ਇੱਥੋਂ ਹਮਲੇ ਕਰਦੇ ਪਏ ਆ। ਸੋ ਉਹਨਾਂ ਦੇ ਲੋਕ ਇਹ ਦੱਸਿਆ ਗਿਆ ਕਿ ਜਿਸ ਵੇਲੇ ਜੰਗ ਹੋ ਰਹੀ ਸੀ ਤਾਂ ਬਹੁਤ ਸਾਰੇ ਇਬਰਾਨੀ ਦੌੜ ਕੇ ਅਫਰਾਇਮ ਦੀਆਂ ਪਹਾੜੀਆਂ ਦੇ ਵਿੱਚ ਜਾ ਕੇ ਲੁਕ ਗਏ ਸੀ। ਇਹ ਅਫਰਾਇਮ ਦਾ ਜਿਹੜਾ ਇਲਾਕਾ ਆ ਜਿਹੜਾ ਉਹਨਾਂ ਨੂੰ ਮਿਲਿਆ ਆ। ਸੋ ਅਸੀਂ ਦੇਖਦੇ ਪਏ ਹਾਂ ਕਿ ਦਾਨ ਦੇ ਕਬੀਲੇ ਦੇ ਵਿੱਚ ਇਹ ਜੰਗ ਚੱਲਦੀ ਪਈ ਆ ਔਰ ਇਸ ਵੇਲੇ ਇਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਦੇ ਉੱਤੇ ਜੋਨਾਥਨ ਨੇ ਹਮਲਾ ਕੀਤਾ। ਸੋ ਲੈਟਸ ਗੋ ਬੈਕ ਔਰ ਅਸੀਂ ਦੇਖਦੇ ਪਏ ਹਾਂ ਕਿ ਉਸ ਵੇਲੇ ਜਿਹੜਾ ਉਸਦਾ ਪੁੱਤਰ ਆ, ਸਾਊਲ ਦਾ ਜਿਹੜਾ ਪੁੱਤਰ ਬਿਨਯਾਮੀਨ ਆ, ਉਹ ਜੰਗ ਦੇ ਵਿੱਚ ਆਪਣੇ ਬਾਪ ਦੇ ਨਾਲੋਂ ਅੱਗੇ ਆ। ਪ੍ਰਭੂ ਉਸ ਨੂੰ ਵੀ ਜਿੱਤਾਂ ਤੋਂ ਬਾਅਦ ਜਿੱਤਾਂ ਦੇ ਰਿਹਾ। ਲੇਕਿਨ ਜਿਸਲੇ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗਾ ਕਿ ਉਹ ਤਾਂ ਪ੍ਰਭੂ ਦਾ ਪਵਿੱਤਰ ਸੰਦੂਕ ਲੈ ਕੇ ਆ ਰਹੇ ਤੇ ਉਹਨਾਂ ਨੂੰ ਹੜਬੜਾਹਟ ਪੈ ਗਈ। ਕਿਉਂ? ਕਿਉਂਕਿ ਉਹ ਸਾਰੇ ਜਾਣਦੇ ਆ ਕਿ ਜਿਸ ਵੇਲੇ ਉਹ ਪ੍ਰਭੂ ਦਾ ਸੰਦੂਕ ਲੈ ਕੇ ਜਾਂਦੇ ਆ ਤਾਂ ਪ੍ਰਭੂ ਦੀ ਤਾਕਤ ਉਹਨਾਂ ਦੇ ਨਾਲ ਜਾਂਦੀ, ਕਿਉਂਕਿ ਉਹ ਪੀਪਲ ਆਫ ਆਬਜੈਕਟ। ਸੋ ਉਹਨਾਂ ਨੂੰ ਪਤਾ ਸੀ ਕਿ ਯਰੀਹੋ ਦੇ ਵਿੱਚ ਪ੍ਰਭੂ ਨੇ ਕੀ ਕੀਤਾ ਸੀ ਕਿ ਜਿਸ ਵੇਲੇ ਇਹਨਾਂ ਨੇ ਬੇਗਲ ਫੂਕੇ ਸੀ ਤਾਂ ਉਸ ਦੀਆਂ ਮਜ਼ਬੂਤ ਕੰਧਾਂ ਡਿੱਗ ਪਈਆਂ ਸੀ। ਸੋ ਇਸ ਕਰਕੇ ਉਹਨਾਂ ਦੇ ਵਿੱਚ ਇਹ ਜਿਸ ਲਈ ਉਹਨਾਂ ਨੇ ਚੀਜ਼ ਦੇਖੀ ਤਾਂ ਉਹਨਾਂ ਦੇ ਵਿੱਚ ਹੜਬੜਾਹਟ ਫੈਲ ਗਈ ਔਰ ਉਹ ਇੱਕ ਦੂਜੇ ਨੂੰ ਕਤਲ ਕਰਨ ਲੱਗੇ। ਲੇਕਿਨ ਕੁਛ ਇੱਕ ਦਾਨ ਕਬੀਲੇ ਦੇ ਕੁਛ ਇੱਕ ਜਿਹੜੇ ਇਬਰਾਨੀ ਸੀਗੇ, ਜਿਹੜੇ ਜਾ ਰਲੇ ਸੀਗੇ, ਉਹਨਾਂ ਦੇ ਨਾਲ ਫਿਲਿਸਤੀਆਂ ਦੇ ਨਾਲ ਰਲ ਗਏ ਸੀਗੇ। ਉਹਨਾਂ ਨੇ ਜਿਸ ਲਈ ਦੇਖਿਆ ਕਿ ਪ੍ਰਭੂ ਜਿੱਤਾਂ ਦੇ ਰਿਹਾ ਔਰ ਹੁਣ ਇਹਨਾਂ ਕੋਲ ਰਾਜਾ ਆ, ਹੁਣ ਅਸੀਂ ਕੱਲੀ ਟਰਾਈਬ ਆਪਣੀ ਜਗ੍ਹਾ ਤੇ ਨਹੀਂ ਗਏ, ਹੁਣ ਇੱਕ ਯੂਨਾਈਟਿਡ ਇਜ਼ਰਾਈਲ ਆ ਔਰ ਰਾਜਾ। ਜਿਸ ਲਈ ਉਹਨਾਂ ਨੇ ਇਹ ਦੇਖਿਆ ਕਿ ਫਿਲਿਸਤੀਨੀ ਹਾਰਦੇ ਪਏ ਆ ਤੇ ਉਹਨਾਂ ਨੇ ਵੀ ਆਪਣੇ ਭਰਾਵਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਔਰ ਫਿਲਿਸਤੀਆਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਔਰ ਪ੍ਰਭੂ ਨੇ ਉਹਨਾਂ ਨੂੰ ਜਿੱਤਾਂ ਦੇਣੀਆਂ ਸ਼ੁਰੂ ਕੀਤੀਆਂ। ਸੋ ਈਵਨ ਦੋ ਕਿ ਸਾਊਲ ਇੱਕ ਤੋਂ ਬਾਅਦ ਦੂਜੀ ਗਲਤੀ ਕਰਦਾ ਪਿਆ, ਲੇਕਿਨ ਪ੍ਰਭੂ ਫਿਰ ਵੀ ਉਸ ਨੂੰ ਮਾਫ ਕਰਦਾ ਪਿਆ। ਪ੍ਰਭੂ ਫਿਰ ਵੀ ਆਪਣਿਆਂ ਲੋਕਾਂ ਦੀ ਖਾਤਰ ਉਸ ਨੂੰ ਮਾਫ ਕਰਦਾ ਪਿਆ। ਸੋ ਆਓ ਅਸੀਂ 24 ਆਇਤ ਤੋਂ ਲੈ ਕੇ ਅਸੀਂ ਇਸ ਦੀ ਬੇਸਿਕਲੀ 36 ਆਇਤ ਤੱਕ ਜਾਵਾਂਗੇ। ਜਿਸ ਨੂੰ ਲੜਾਈ ਦੇ ਪਿੱਛੋਂ ਦੀਆਂ ਘਟਨਾਵਾਂ। ਉਸ ਦਿਨ ਇਜ਼ਰਾਈਲੀ ਆਦਮੀ ਭੁੱਖ ਦੇ ਕਾਰਨ ਬਹੁਤ ਕਮਜ਼ੋਰ ਲੱਗ ਰਹੇ ਸਨ, ਕਿਉਂਕਿ ਸਾਊਲ ਨੇ ਉਹਨਾਂ ਤੋਂ ਸਹੁੰ ਚੁਕਾਈ ਸੀ, ਜੋ ਅੱਜ ਦੇ ਦਿਨ ਮੇਰੇ ਆਪਣੇ ਵੈਰੀਆਂ ਤੋਂ ਬਦਲਾ ਲੈਣ ਤੋਂ ਪਹਿਲਾਂ ਭੋਜਨ ਖਾਵੇਗਾ, ਸ਼ਰਾਬੀ ਠਹਿਰੇਗਾ। ਇਸ ਲਈ ਉਸ ਦਿਨ ਕਿਸੇ ਨੇ ਕੁਝ ਨਾ ਖਾਧਾ। ਜਦੋਂ ਉਹ ਲੋਕ ਜੰਗਲ ਵਿੱਚ ਪਹੁੰਚੇ ਤਾਂ ਉਹਨਾਂ ਨੇ ਉੱਥੇ ਬਹੁਤ ਸਾਰਾ ਸ਼ਹਿਦ ਪਿਆ ਦੇਖਿਆ।
ਜੰਗਲ ਸ਼ਹਿਦ ਨਾਲ ਭਰਿਆ ਪਿਆ ਸੀ, ਪਰ ਕਿਸੇ ਆਦਮੀ ਨੇ ਵੀ ਉਸ ਨੂੰ ਦੇਖਿਆ ਤੱਕ ਨਾ, ਕਿਉਂਕਿ ਉਹ ਸਾਊਲ ਦੇ ਸਰਾਪ ਤੋਂ ਡਰਦੇ ਸਨ। ਪਰ ਜੋਨਾਥਨ ਨੇ ਆਪਣੇ ਪਿਤਾ ਦੇ ਦਿੱਤੇ ਸਰਾਪ ਬਾਰੇ ਨਹੀਂ ਸੁਣਿਆ ਸੀ, ਇਸ ਲਈ ਉਸਨੇ ਆਪਣੇ ਹੱਥ ਵਿਚਲੀ ਸੋਟੀ ਨਾਲ ਥੋੜਾ ਜਿਹਾ ਸ਼ਹਿਦ ਲਾ ਕੇ ਉਂਗਲੀ ਨਾਲ ਥੋੜਾ ਜਿਹਾ ਚੱਟਿਆ ਤਾਂ ਉਸ ਦੀਆਂ ਅੱਖਾਂ ਤੁਰੰਤ ਚਮਕ ਪਈਆਂ। ਪਰ ਇੱਕ ਆਦਮੀ ਨੇ ਜੋਨਾਥਨ ਨੂੰ ਦੱਸਿਆ, ਅਸੀਂ ਸਭ ਭੁੱਖ ਨਾਲ ਨਿਢਾਲ ਹੋਏ ਪਏ ਹਾਂ, ਪਰ ਤੇਰੇ ਪਿਤਾ ਨੇ ਸਾਡੇ ਤੋਂ ਇਹ ਸਹੁੰ ਲਈ ਅਤੇ ਕਿਹਾ ਹੈ, ਜੋ ਕੋਈ ਅੱਜ ਦੇ ਦਿਨ ਭੋਜਨ ਖਾਵੇ ਉਹ ਸਰਾਪੀ ਠਹਿਰੇ। ਜੋਨਾਥਨ ਨੇ ਉੱਤਰ ਦਿੱਤਾ, ਮੇਰੇ ਪਿਤਾ ਨੇ ਸਾਡੇ ਆਦਮੀਆਂ ਨਾਲ ਬਹੁਤ ਬੁਰਾ ਕੰਮ ਕੀਤਾ ਹੈ, ਕਿਉਂਕਿ ਦੇਖੋ, ਮੇਰੇ ਥੋੜਾ ਜਿਹਾ ਸ਼ਹਿਦ ਚੱਖਦਿਆਂ ਹੀ ਮੇਰੇ ਵਿੱਚ ਕਿੰਨੀ ਤਾਜ਼ਗੀ ਆਈ ਹੈ। ਇਸ ਲਈ ਜੇਕਰ ਸਾਡੇ ਆਦਮੀ ਆਪਣੇ ਵੈਰੀਆਂ ਦੀ ਇਸ ਲੁੱਟ ਨੂੰ ਖੁੱਲ੍ਹ ਕੇ ਖਾਂਦੇ ਤਾਂ ਕਿੰਨਾ ਚੰਗਾ ਹੁੰਦਾ, ਅਤੇ ਬਚੇ ਹੋਏ ਫਿਲਿਸਤੀ ਸਾਡੇ ਤੋਂ ਤਕੜੇ ਨਾ ਹੁੰਦੇ। ਉਸ ਦਿਨ ਉਹਨਾਂ ਨੇ ਫਿਲਿਸਤੀਆਂ ਦਾ ਪਿੱਛਾ ਕਰਕੇ ਮਿਕਮਾਸ਼ ਤੋਂ ਲੈ ਕੇ ਆਲੋਨ ਤੱਕ ਮਾਰਿਆ, ਪਰ ਉਹ ਆਪ ਇਸ ਸਮੇਂ ਤੱਕ ਪੂਰੀ ਤਰ੍ਹਾਂ ਨਾਲ ਥੱਕ ਗਏ ਸਨ। ਇਸ ਲਈ ਉਹ ਲੁੱਟ ਦੇ ਮਾਲ ਉੱਤੇ ਆ ਝਪਟੇ ਅਤੇ ਭੇਡਾਂ ਤੇ ਬਲਦਾਂ ਨੂੰ ਫੜ ਕੇ ਕੱਟਿਆ ਤੇ ਲਹੂ ਸਣੇ ਉਹਨਾਂ ਨੂੰ ਖਾਣ ਲੱਗੇ। ਤਦ ਸਾਊਲ ਨੂੰ ਕਿਸੇ ਨੇ ਦੱਸਿਆ, ਦੇਖ, ਲੋਕ ਲਹੂ ਮਿਲਿਆ ਮਾਸ ਖਾ ਕੇ ਪ੍ਰਭੂ ਦੇ ਵਿਰੁੱਧ ਪਾਪ ਕਰ ਰਹੇ ਹਨ। ਸਾਊਲ ਨੇ ਪੁਕਾਰ ਕੇ ਕਿਹਾ, ਤੁਸੀਂ ਵਿਸ਼ਵਾਸਘਾਤੀ ਹੋ, ਇੱਥੇ ਮੇਰੇ ਕੋਲ ਇੱਕ ਵੱਡਾ ਪੱਥਰ ਰੋੜ ਕੇ ਲਿਆਓ। ਤਦ ਉਸਨੇ ਲੋਕਾਂ ਨੂੰ ਇੱਕ ਹੋਰ ਆਗਿਆ ਦਿੱਤੀ, ਤੁਸੀਂ ਸਭ ਲੋਕਾਂ ਕੋਲ ਜਾਓ ਅਤੇ ਉਹਨਾਂ ਨੂੰ ਕਹੋ, ਆਪਣੇ ਬਲਦ ਅਤੇ ਭੇਡਾਂ ਇੱਥੇ ਲੈ ਕੇ ਆਉਣਾ। ਉਹ ਇੱਥੇ ਲਿਆ ਕੇ ਉਹਨਾਂ ਨੂੰ ਕੱਟਣ ਅਤੇ ਖਾਣ, ਪਰ ਉਹ ਮਾਸ ਦੇ ਲਹੂ ਨਾਲ ਲਹੂ ਖਾ ਕੇ ਪਾਪ ਨਾ ਕਰਨ। ਇਸ ਲਈ ਲੋਕਾਂ ਨੇ ਆਪਣੇ ਜਾਨਵਰ ਉੱਥੇ ਲਿਆ ਕੇ ਕੱਟੇ। ਤਦ ਸਾਊਲ ਨੇ ਉੱਥੇ ਪ੍ਰਭੂ ਦੇ ਲਈ ਇੱਕ ਵੇਦੀ ਬਣਾਈ, ਜੋ ਉਸਦੀ ਬਣਾਈ ਪਹਿਲੀ ਵੇਦੀ ਸੀ। ਤਦ ਸਾਊਲ ਨੇ ਕਿਹਾ, ਆਓ ਅਸੀਂ ਰਾਤ ਵੇਲੇ ਫਿਲਿਸਤੀਆਂ ਦੇ ਪਿੱਛੇ ਜਾਈਏ ਤੇ ਉਹਨਾਂ ਨੂੰ ਮਾਰੀਏ। ਉਹਨਾਂ ਦਾ ਕੋਈ ਆਦਮੀ ਵੀ ਪਿੱਛੇ ਨਹੀਂ ਬਚਣਾ ਚਾਹੀਦਾ। ਉਸ ਦੇ ਆਦਮੀਆਂ ਨੇ ਉੱਤਰ ਦਿੱਤਾ, ਜੋ ਤੂੰ ਚੰਗਾ ਸਮਝਦਾ ਹੈ ਕਰ। ਪੁਰੋਹਿਤ ਨੇ ਕਿਹਾ, ਇਸ ਵਿਸ਼ੇ ਵਿੱਚ ਸਾਨੂੰ ਪ੍ਰਭੂ ਤੋਂ ਸਲਾਹ ਲੈਣੀ ਚਾਹੀਦੀ ਹੈ। ਸੋ ਪ੍ਰਭੂ ਉਸ ਨੂੰ ਜਿੱਤਾਂ ਵੀ ਦੇ ਰਿਹਾ, ਔਰ ਨਾਲ ਸਾਊਲ ਏਦਾਂ ਦੇ ਕੰਮ ਕਰਦਾ ਪਿਆ ਕਿ ਜਿਹੜੇ ਗਲਤ। ਇੱਕ ਫੌਜੀ ਜਿਹੜਾ ਜੰਗ ਦੇ ਵਿੱਚ ਜਾ ਰਿਹਾ, ਤੂੰ ਉਸ ਨੂੰ ਭੁੱਖੇ ਘੱਲਦਾ ਪਿਆ, ਉਹਨਾਂ ਨੂੰ ਏਦਾਂ ਦੀਆਂ ਸੌਹਾਂ ਚੁਕਾਉਣਾ ਪਿਆ। ਤੇਰੀ ਡਾਇਨੈਸਟੀ ਤਾਂ ਹਾਲੇ ਸ਼ੁਰੂ ਹੋਈ ਹੈ, ਤੇਰਾ ਰਾਜ ਤਾਂ ਹਾਲੇ ਸ਼ੁਰੂ ਹੋਇਆ, ਤੂੰ ਏਦਾਂ ਦੇ ਕੰਮ ਕਿਉਂ ਕਰਦਾ ਪਿਆ? ਉਸਦੀ ਜਿਹੜੀ ਮੱਤ ਆ ਉਹ ਮਾਰ ਹੋਈ ਹੋਆ। ਔਰ ਲੋਕ ਕਹਿ ਰਹੇ ਕਿ ਠੀਕ ਆ, ਪ੍ਰਭੂ ਸਾਨੂੰ ਜਿੱਤਾਂ ਦਿੰਦਾ ਪਿਆ, ਪਰ ਅਸੀਂ ਨਿਢਾਲ ਹੋ ਚੁੱਕੇ। ਸੋ ਬਿਨਯਾਮੀਨ ਨੇ ਸ਼ਾਇਦ ਖਾਧਾ, ਉਸਨੇ ਕਿਹਾ, ਦੇਖੋ ਮੈਂ ਕਿੱਦਾਂ ਤਰੋ ਤਾਜ਼ਾ ਹੋ ਗਿਆ। ਲੇਕਿਨ ਅੱਗੇ ਜਾ ਕੇ ਦੇਖੋ ਕਿ ਉਹ ਭੁੱਖ ਜਿਹੜਾ ਉਸਨੇ ਉਹਨਾਂ ਨੂੰ ਕਿਹਾ ਆ, ਉਹ ਜਿੱਤ ਗਏ, ਔਰ ਫਿਰ ਗਾਂ ਜਾ ਕੇ ਪਾਪ ਕਰਦੇ ਪਏ। ਸੋ ਇਸ ਪਾਪ ਦਾ ਭਾਗੀ ਕੌਣ ਆ? ਉਹ ਲੋਕ ਆ ਕਿ ਸਾਊਲ ਆ, ਜਿਸਨੇ ਇਸ ਚੀਜ਼ ਨੂੰ ਨਜ਼ਰ ਦੇ ਵਿੱਚ ਨਹੀਂ ਰੱਖਿਆ ਕਿ ਹਰ ਸਿਪਾਹੀ ਉਸ ਦਾ ਪੁੱਤਰ ਆ, ਜਿਹੜਾ ਉੱਥੇ ਗਿਆ ਹੈ, ਜਿਹੜਾ ਜੰਗ ਦੇ ਵਿੱਚ ਗਿਆ, ਕੋਈ ਪਰਵਾਹ ਨਹੀਂ ਕਰਦਾ ਪਿਆ। ਇਸ ਤਰ੍ਹਾਂ ਦੀਆਂ ਸੌਹਾਂ ਲੋਕਾਂ ਨੂੰ ਚੁਕਾ ਰਿਹਾ। ਸੋ ਇਸ ਪਾਪ ਦਾ ਭਾਗੀ ਵੀ ਸਾਊਲ ਹੀ ਸੀ। ਸੋ ਉਸਨੇ ਕਿਹਾ, ਹੁਣ ਕਹਿੰਦਾ ਕਿ ਆਪਾਂ ਰਾਤ ਨੂੰ ਹਮਲਾ ਕਰਦੇ ਹਾਂ। ਲੋਕਾਂ ਨੇ ਜਿਸ ਲਈ ਖਾ ਪੀ ਲਿਆ, ਉਸਨੇ ਕਿਹਾ, ਠੀਕ ਆ, ਜੋ ਤੂੰ ਸੋਚਦਾ ਕਰ ਲਾ, ਸਾਰੇ ਫੈਸਲੇ ਤਾਂ ਹੁਣ ਤੂੰ ਹੀ ਕਰਦਾ। ਤੇ ਪੁਰੋਹਿਤ ਨੇ ਕਿਹਾ ਕਿ ਸਾਨੂੰ ਸਲਾਹ ਲੈਣੀ ਚਾਹੀਦੀ, ਪ੍ਰਭੂ ਦੀ ਸਲਾਹ ਲੈਣੀ ਚਾਹੀਦੀ। ਸੋ ਉਸਨੇ ਪ੍ਰਭੂ ਦੀ ਸਲਾਹ ਦੇ ਲਈ ਉਹ ਮੰਨ ਗਿਆ। ਸੋ ਆਓ ਅਸੀਂ ਹੁਣ ਇਸ ਚੈਪਟਰ ਦੇ ਐਂਡ ਤੱਕ ਜਾਵਾਂਗੇ, ਜਿਸ ਨੂੰ ਸੋ ਸਾਊਲ ਨੇ ਪਰਮੇਸ਼ਰ ਤੋਂ ਪੁੱਛਿਆ, ਕੀ ਮੈਂ ਜਾ ਕੇ ਫਿਲਿਸਤੀਆਂ ਉੱਤੇ ਹੱਲਾ ਬੋਲਾਂ? ਕੀ ਤੂੰ ਸਾਨੂੰ ਜਿੱਤ ਦੇਵੇਂਗਾ? ਪਰ ਪ੍ਰਭੂ ਨੇ ਉਸਨੂੰ ਕੋਈ ਉੱਤਰ ਨਾ ਦਿੱਤਾ। ਤਦ ਉਸਨੇ ਸਭ ਇਸਰਾਏਲੀ ਆਗੂਆਂ ਨੂੰ ਇਕੱਠੇ ਕਰਕੇ ਕਿਹਾ, ਆਓ ਦੇਖੋ, ਸਾਡੇ ਤੋਂ ਅੱਜ ਦੇ ਦਿਨ ਕੀ ਪਾਪ ਹੋਇਆ। ਮੈਂ ਜਿਉਂਦੇ ਪ੍ਰਭੂ ਅੱਗੇ ਪ੍ਰਤਿਗਿਆ ਕਰਦਾ ਹਾਂ ਕਿ ਜਿਸਨੇ ਅੱਜ ਦੇ ਦਿਨ ਸਾਨੂੰ ਜਿੱਤ ਦਿੱਤੀ ਹੈ, ਕਿ ਜਿਸ ਆਦਮੀ ਨੇ ਵੀ ਇਹ ਪਾਪ ਕੀਤਾ ਹੈ, ਉਹ ਮਾਰਿਆ ਜਾਵੇਗਾ। ਬੇਸ਼ੱਕ ਉਹ ਮੇਰਾ ਪੁੱਤਰ ਜੋਨਾਥਨ ਹੀ ਕਿਉਂ ਨਾ ਹੋਵੇ। ਪਰ ਕਿਸੇ ਨੇ ਉਸਨੂੰ ਕੁਝ ਨਾ ਕਿਹਾ। ਪਰ ਫਿਰ ਉਸਨੇ ਇਸਰਾਏਲੀਆਂ ਨੂੰ ਕਿਹਾ, ਤੁਸੀਂ ਇੱਕ ਪਾਸੇ ਖੜੇ ਹੋ ਜਾਵੋ ਅਤੇ ਮੈਂ ਤੇ ਮੇਰਾ ਪੁੱਤਰ ਇੱਕ ਪਾਸੇ ਖੜੇ ਹੁੰਦੇ ਹਾਂ। ਲੋਕਾਂ ਨੇ ਉੱਤਰ ਦਿੱਤਾ, ਜੋ ਤੂੰ ਚਾਹੁੰਦਾ ਹੈ ਕਰ। ਤਦ ਸਾਊਲ ਨੇ ਕਿਹਾ, ਹੇ ਇਸਰਾਏਲ ਦੇ ਪ੍ਰਭੂ ਪਰਮੇਸ਼ਰ, ਤੂੰ ਅੱਜ ਮੇਰੀ ਪ੍ਰਾਰਥਨਾ ਦਾ ਉੱਤਰ ਕਿਉਂ ਨਹੀਂ ਦਿੱਤਾ? ਜੇਕਰ ਇਹ ਮੇਰਾ ਅਤੇ ਮੇਰੇ ਪੁੱਤਰ ਜੋਨਾਥਨ ਦੇ ਅਪਰਾਧ ਦੇ ਕਾਰਨ ਹੈ, ਤਾਂ ਤੇਰੇ ਲੋਕਾਂ ਦੇ ਅਪਰਾਧ ਕਾਰਨ ਹੈ, ਤਾਂ ਤੂੰ ਪਵਿੱਤਰ ਗੁਣੇ ਦੇ ਦੁਆਰਾ ਸਾਡੇ ਉੱਤੇ ਪ੍ਰਗਟ ਕਰ। ਗੁਣਾ ਸਾਊਲ ਅਤੇ ਜੋਨਾਥਨ ਦੇ ਨਾਂ ਦਾ ਨਿਕਲਿਆ, ਸੋ ਲੋਕ ਬਚ ਗਏ। ਸਾਊਲ ਨੇ ਕਿਹਾ, ਹੁਣ ਮੇਰੇ ਅਤੇ ਮੇਰੇ ਪੁੱਤਰ ਜੋਨਾਥਨ ਦੇ ਨਾਂ ਦਾ ਗੁਣਾ ਪਾਵੋ।
ਗੁਣਾ ਪਾਉਣ ਤੇ ਜੋਨਾਥਨ ਦੇ ਨਾਂ ਦਾ ਨਿਕਲਿਆ। ਸੋ ਸਾਊਲ ਨੇ ਆਪਣੇ ਪੁੱਤਰ ਜੋਨਾਥਨ ਤੋਂ ਪੁੱਛਿਆ, ਤੂੰ ਕੀ ਅਪਰਾਧ ਕੀਤਾ ਹੈ? ਜੋਨਾਥਨ ਨੇ ਉੱਤਰ ਦਿੱਤਾ, ਮੈਂ ਥੋੜੇ ਜਿਹੇ ਸ਼ਹਿਦ ਦਾ ਸਵਾਦ ਚਖਿਆ ਸੀ, ਮੈਂ ਮਰਨ ਦੇ ਲਈ ਤਿਆਰ ਹਾਂ। ਸਾਊਲ ਨੇ ਕਿਹਾ, ਤੇਰਾ ਮਰਨਾ ਜ਼ਰੂਰੀ ਹੈ, ਨਹੀਂ ਤਾਂ ਪਰਮੇਸ਼ਰ ਮੈਨੂੰ ਮਾਰ ਦੇਵੇਗਾ। ਪਰ ਲੋਕ ਬੋਲੇ, ਨਹੀਂ, ਜੋਨਾਥਨ ਨਹੀਂ ਮਰ ਸਕਦਾ ਹੈ, ਉਸ ਦਾ ਇੱਕ ਬਾਲ ਵੀ ਵਿੰਗਾ ਨਹੀਂ ਕੀਤਾ ਜਾਵੇਗਾ। ਅਸੀਂ ਇਸ ਦੇ ਲਈ ਜਿਉਂਦੇ ਪ੍ਰਭੂ ਦੇ ਨਾਂ ਦੀ ਸਹੁੰ ਚੁੱਕ ਕੇ ਕਹਿੰਦੇ ਹਾਂ, ਕਿਉਂਕਿ ਅੱਜ ਦੀ ਜਿੱਤ ਉਸ ਦੇ ਰਾਹੀਂ ਪਰਮੇਸ਼ਰ ਦੀ ਮਦਦ ਨਾਲ ਹੋਈ ਹੈ। ਇਸ ਤਰ੍ਹਾਂ ਲੋਕਾਂ ਨੇ ਜੋਨਾਥਨ ਨੂੰ ਮਰਨ ਤੋਂ ਬਚਾ ਲਿਆ। ਇਸ ਦੇ ਪਿੱਛੇ ਸਾਊਲ ਨੇ ਫਲਿਸਤੀਆਂ ਦਾ ਪਿੱਛਾ ਕਰਨਾ ਬੰਦ ਕਰ ਦਿੱਤਾ ਅਤੇ ਉਹ ਫਲਿਸਤੀ ਆਪਣੇ ਇਲਾਕੇ ਵਿੱਚ ਚਲੇ ਗਏ। ਸਾਊਲ ਦਾ ਰਾਜ ਅਤੇ ਟੱਬਰ। ਸਾਊਲ ਨੇ ਇਜ਼ਰਾਈਲ ਦਾ ਰਾਜਾ ਬਣਨ ਦੇ ਪਿੱਛੋਂ ਆਪਣੇ ਚਾਰੇ ਪਾਸੇ ਦੇ ਇਹਨਾਂ ਆਪਣੇ ਵੈਰੀਆਂ ਉੱਤੇ ਜਿੱਤ ਪ੍ਰਾਪਤ ਕੀਤੀ। ਮੁਆਬੀਆਂ, ਅਮੋਨੀਆਂ, ਅਦੋਮੀਆਂ, ਸਬਾਈਆਂ ਅਤੇ ਫਲਿਸਤੀਆਂ। ਉਹ ਜਿਸ ਪਾਸੇ ਵੀ ਮੂੰਹ ਕਰਦਾ ਜੇਤੂ ਹੁੰਦਾ ਸੀ। ਉਸਨੇ ਅਮਾਲੇਕੀ ਲੋਕਾਂ ਨੂੰ ਬਹਾਦਰੀ ਨਾਲ ਹਰਾਇਆ ਅਤੇ ਇਜ਼ਰਾਈਲੀਆਂ ਨੂੰ ਉਹਨਾਂ ਦੇ ਲੁੱਟਣ ਵਾਲਿਆਂ ਦੇ ਹੱਥੋਂ ਬਚਾਇਆ। ਸਾਊਲ ਦੇ ਪੁੱਤਰਾਂ ਦੇ ਇਹ ਨਾਂ ਸਨ, ਜੋਨਾਥਨ, ਜਿਸ਼ਵੀ ਅਤੇ ਮਾਲ ਕਿਸ਼ਵਾ। ਉਸ ਦੀਆਂ ਧੀਆਂ ਦੇ ਇਹ ਨਾਂ ਸਨ, ਮੇਰਬ ਅਤੇ ਮੀਕਲ। ਉਸ ਦੀ ਪਤਨੀ ਦਾ ਨਾਂ ਇਹ ਸੀ, ਅਹੀਨੋਅਮ, ਜੋ ਅਹੀਮਾਆਸ ਦੀ ਧੀ ਸੀ। ਉਸ ਦਾ ਸੈਨਾਪਤੀ ਉਸਦੇ ਚਾਚੇ ਨੇਰ ਦਾ ਪੁੱਤਰ ਅਬੀਨੇਰ ਸੀ। ਸਾਊਲ ਦੇ ਪਿਤਾ ਦਾ ਨਾਂ ਕੀਸ਼ ਸੀ ਅਤੇ ਅਬੀਨੇਰ ਦਾ ਪਿਤਾ ਨੇਰ ਸੀ, ਜਿਸ ਦੇ ਪਿਤਾ ਦਾ ਨਾਂ ਅਬੀਏਲ ਸੀ। ਸਾਊਲ ਦੀ ਜੀਵਨ ਭਰ ਫਲਿਸਤੀਆਂ ਨਾਲ ਲੜਾਈ ਹੁੰਦੀ ਰਹੀ। ਜਦੋਂ ਵੀ ਉਹ ਉਸਨੂੰ ਕੋਈ ਬਹਾਦਰ ਆਦਮੀ ਦਿਖਾਈ ਦਿੰਦਾ ਤਾਂ ਉਹ ਉਸਨੂੰ ਆਪਣੇ ਕੋਲ ਰੱਖ ਲੈਂਦਾ ਸੀ। ਸੋ ਹੁਣ ਤੁਸੀਂ ਇੱਕ ਚੀਜ਼ ਇੱਥੇ ਬੜੇ ਧਿਆਨ ਦੇ ਨਾਲ ਦੇਖੋ। ਜਿਸ ਲਈ ਉਸਨੇ ਪ੍ਰਭੂ ਨੂੰ ਪੁੱਛਿਆ ਤੇ ਪ੍ਰਭੂ ਨੇ ਕੋਈ ਉੱਤਰ ਨਹੀਂ ਦਿੱਤਾ। ਸੋ ਉਸਨੇ ਕਿਹਾ, ਇੱਕ ਪਾਪ ਹੋਇਆ। ਇਹ ਪਾਪ ਦੀ ਜੜ ਕਿੱਥੇ ਆ? ਲੋਕਾਂ ਨੂੰ ਬੇਤੁਕੀਆਂ ਸੌਹਾਂ ਚੁਕਾਉਣੀ। ਸ਼ੁਰੂ ਸਾਊਲ ਤੋਂ ਹੋਇਆ। ਉਹਦੇ ਪੁੱਤਰ ਨੇ ਸ਼ਾਇਦ ਖਾਧਾ, ਪਰ ਉਸਨੂੰ ਪਤਾ ਨਹੀਂ ਸੀ। ਸੋ ਜਿਸ ਲਈ ਉਹ ਅੱਗੇ ਗਿਆ ਕਿ ਉਸਨੇ ਕਿਹਾ ਕਿ ਮੈਂ ਤਾਂ ਮੇਰਾ ਪੁੱਤਰ ਇੱਕ ਪਾਸੇ ਹੋ ਜਾਂਦੇ ਆ ਤੇ ਬਾਕੀ ਸਾਰੇ ਲੋਕ ਦੂਜੇ ਪਾਸੇ ਹੋ ਜਾਂਦੇ। ਜਿਸਨੇ ਪਾਪ ਕੀਤਾ, ਪ੍ਰਭੂ ਅੱਜ ਉਹ ਮਾਰਿਆ ਜਾਏਗਾ। ਸੋ ਗੁਣਾ ਜਿਹੜੇ ਪਾਇਆ ਗਿਆ ਤੇ ਗੁਣਾ ਨਿਕਲਿਆ ਸਾਊਲ ਤੇ ਉਹਦੇ ਪੁੱਤਰ ਦਾ। ਸੋ ਉਸਨੇ ਕਿਹਾ ਕਿ ਹੁਣ ਜਿਹੜਾ ਗੁਣਾ ਆ ਉਹ ਮੇਰੇ ਵਿੱਚ ਔਰ ਮੇਰੇ ਪੁੱਤਰ ਦੇ ਵਿੱਚ ਪਾਇਆ ਜਾਵੇ। ਗੁਣਾ ਉਸਦੇ ਪੁੱਤਰ ਦਾ ਨਿਕਲਿਆ। ਉਸਨੂੰ ਪਤਾ ਕੀ ਕਹਿੰਦਾ? ਤੇਰਾ ਮਰਨਾ ਜ਼ਰੂਰੀ ਆ, ਨਹੀਂ ਤਾਂ ਪ੍ਰਭੂ ਮੈਨੂੰ ਮਾਰ ਦੇਗਾ। ਹੁਣ ਸਿਰਫ ਆਪਣੀ ਪਈ ਕੰਪਲੀਟਲੀ ਇੱਕ ਐਸਾ ਬੰਦਾ ਆ ਜਿਹੜਾ ਪੂਰੀ ਤਰ੍ਹਾਂ ਇਸ ਬੇਈਮਾਨੀ ਦੇ ਵਿੱਚ ਉਸਦਾ ਮਨ ਸਾਫ਼, ਉਹਦਾ ਮਨ ਸਾਫ਼ ਨਹੀਂ, ਆਪਣੇ ਪੁੱਤਰ ਦਾ ਵੀ ਨਹੀਂ। ਪਰ ਲੋਕਾਂ ਨੇ ਕਿਹਾ ਕਿ ਅੱਜ ਦਾ ਪ੍ਰਭੂ ਨੇ ਸਾਨੂੰ ਜਿਹੜੀ ਜਿੱਤ ਦਿੱਤੀ ਆ, ਉਹ ਸਾਡੀ ਜਿਹੜੀ ਅੱਜ ਦੀ ਜਿੱਤ ਆ ਉਹ ਤਾਂ ਇਹਦੇ ਰਾਹੀਂ ਸਾਨੂੰ ਮਿਲੀ ਆ। ਸੋ ਇਹ ਨਹੀਂ ਹੋ ਸਕਦਾ ਕਿ ਪ੍ਰਭੂ ਇਸ ਨੂੰ ਮਾਰਨਾ ਚਾਹੁੰਦਾ। ਤੇ ਫਿਰ ਉਹਨੇ ਫਟਾਫਟ ਲੋਕਾਂ ਦੀ ਗੱਲ ਵੀ ਕਿ ਤੁਸੀਂ ਜੋ ਕਹਿੰਦੇ ਪਏ ਆ ਠੀਕ ਆ, ਮੈਂ ਉਹ ਮੰਨ ਲਿਆ। ਬਈ ਲੋਕਾਂ ਨੇ ਤੇ ਕਹਿਣਾ ਸੀ, ਲੋਕ ਉਸਨੂੰ ਪਿਆਰ ਕਰਦੇ ਸੀ। ਯੋਨਾਥਨ, ਉਹ ਲੋਕਾਂ ਦੇ ਵਿੱਚ ਵਸਦਾ ਸੀ, ਰਹਿੰਦਾ ਸੀ, ਉਸਨੂੰ ਪਤਾ ਸੀ। ਉਹ ਅੱਗੇ ਹੋ ਕੇ ਲੜਦਾ ਸੀ, ਉਹਨਾਂ ਦੇ ਅੱਗੇ ਲੱਗਦਾ ਸੀ। ਲੋਕ ਉਹਨੂੰ ਪਿਆਰ ਕਰਦੇ ਸੀ, ਉਹ ਭਲਾ ਬੰਦਾ ਸੀ ਯੋਨਾਥਨ। ਔਰ ਅਸੀਂ ਵਚਨ ਦੇ ਵਿੱਚ ਦੇਖਦੇ ਪਏ ਹਾਂ ਕਿ ਫਿਰ ਸਾਨੂੰ ਉਹਦੇ ਘਰਾਣੇ ਦੇ ਬਾਰੇ ਦੱਸਿਆ ਗਿਆ ਕਿ ਉਹਦਾ ਘਰਾਣਾ ਕੀ ਸੀ, ਕੌਣ ਕੌਣ ਉਸਦੇ ਘਰਾਣੇ ਦੇ ਵਿੱਚੋਂ ਸੀ। ਕਿਉਂਕਿ ਸਾਨੂੰ ਜਿਹੜਾ ਪ੍ਰਭੂ ਨੇ ਜਿਸ ਦੇ ਪੁੱਤਰ ਨੂੰ ਚੁਣਿਆ ਆ, ਪ੍ਰਭੂ ਨੇ ਜਿਸ ਦੇ ਪੁੱਤਰ ਨੂੰ ਚੁਣਿਆ ਆ, ਉਹਦਾ ਤਾਂ ਅਸੀਂ ਯਹੂਦਾ ਦੇ ਖਾਨਦਾਨ ਦੇ ਉੱਤੇ ਅਸੀਂ ਸ਼ੁਰੂ ਤੋਂ ਇੱਕ ਲਾਲ ਲਾਈਨ ਦੇਖਦੇ ਪਏ। ਉਹ ਬਲੱਡ ਲਾਈਨ ਜਿਹੜੀ ਚੱਲਦੀ ਆ ਰਹੀ ਹੈ, ਜਿਹਦੇ ਵਿੱਚ ਪ੍ਰਭੂ ਯਿਸੂ ਮਸੀਹ ਦੀ ਲਾਈਨ ਚੱਲਦੀ ਆ ਰਹੀ ਹੈ, ਉਹ ਤਾਂ ਅਸੀਂ ਸ਼ੁਰੂ ਤੋਂ ਦੇਖਦੇ ਪਏ ਹਾਂ। ਲੇਕਿਨ ਸਾਊਲ ਜੋ ਇਸ ਵੇਲੇ ਜਿਹੜਾ ਰਾਜਾ ਬਣਿਆ, ਸੋ ਇੱਥੇ ਸਾਨੂੰ ਥੋੜੀ ਜਿਹੀ ਉਸਦੇ ਘਰਾਣੇ ਦੇ ਬਾਰੇ ਦੱਸਿਆ ਗਿਆ।
ਸੋ ਉਹਦੀਆਂ ਧੀਆਂ ਦੇ ਬਾਰੇ ਅਸੀਂ ਗਾਂਹ ਜਾ ਕੇ ਪੜ੍ਹਨਾ, ਅਸੀਂ ਉਸਦੇ ਪੁੱਤਰ ਬਿਨਯਾਮੀਨ ਦੇ ਬਾਰੇ ਬਹੁਤ ਜ਼ਿਆਦਾ ਪੜ੍ਹਨਾ, ਪਰ ਉਹਦੇ ਜਿਹੜੇ ਬਾਕੀ ਦੇ ਦੋ ਪੁੱਤਰ ਹੈ ਯਿਸਵੀ ਤੇ ਕਸ਼ੂਆ, ਉਹਦੇ ਬਾਰੇ ਅਸੀਂ ਬਹੁਤਾ, ਉਹਨਾਂ ਦੇ ਬਾਰੇ ਅਸੀਂ ਬਹੁਤਾ ਨਹੀਂ ਪੜ੍ਹਨਾ। ਅਬਨੇਰ ਦੇ ਬਾਰੇ ਬਹੁਤ ਪੜ੍ਹਨਾ। ਅਬਨੇਰ ਉਸਦੇ ਚਾਚੇ ਦਾ ਪੁੱਤਰ ਸੀ, ਬਹੁਤ ਬਹਾਦਰ ਆਦਮੀ ਸੀ। ਅਬਨੇਰ ਦੇ ਬਾਰੇ ਅਸੀਂ ਬਹੁਤ ਪੜ੍ਹਨਾ, ਔਰ ਇੱਕ ਭਲਾ ਆਦਮੀ ਸੀ ਉਹ, ਔਰ ਸਾਊਲ ਦੇ ਘਰਾਣੇ ਦੇ ਨਾਲ ਅਖੀਰ ਤੱਕ ਉਸਨੇ ਬੇਈਮਾਨੀ ਨਹੀਂ ਕੀਤੀ। ਸੋ ਅਸੀਂ ਉਹਦੇ ਬਾਰੇ ਪੜ੍ਹਨਾ। ਸੋ ਹੁਣ ਅਸੀਂ ਇੱਕ ਐਸੇ ਮੌਕੇ ਤੇ ਆ ਗਏ, ਕੋਈ ਚੈਪਟਰ ਉਹਦਾ ਐਸਾ ਨਹੀਂ ਦੇਖੋ ਗੁਜ਼ਰਦਾ ਪਿਆ ਜਿਹਦੇ ਵਿੱਚ ਉਹ ਕੋਈ ਐਸੀ ਗਲਤੀ ਨਹੀਂ ਕਰਦਾ ਜਿਹਦੇ ਨਾਲ ਪ੍ਰਭੂ ਕਹੇ ਕਿ ਪ੍ਰਭੂ ਉਸਨੂੰ ਮਾਫ ਕਰੇ, ਲੇਕਿਨ ਪ੍ਰਭੂ ਨੇ ਉਸਨੂੰ ਫਿਰ ਮਾਫ ਕਰਤਾ। ਔਰ ਜਿਸ ਲਈ ਅਸੀਂ ਹੁਣ ਅਸੀਂ ਪਹੁੰਚ ਚੁੱਕੇ ਹਾਂ ਆਲਮੋਸਟ, ਤੁਸੀਂ ਇਹ ਦੇਖ ਲਓ ਕਿ ਜਿਹੜਾ ਸਮਾਂ ਆ ਜਿਹੜਾ ਅਸੀਂ ਦੇਖਦੇ ਪਏ ਹਾਂ, ਸੋ ਅਸੀਂ 1063 ਦੇ ਸਮੇਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇਖਦੇ ਪਏ ਹਾਂ ਜਿਹੜੀਆਂ ਹੋਈਆਂ, ਲੇਕਿਨ ਜਿੱਥੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਉਹ 1030 ਦੇ ਵਿੱਚ ਅਸੀਂ ਪਹੁੰਚ ਚੁੱਕੇ, 1030 ਦੇ ਵਿੱਚ ਪਹੁੰਚ ਚੁੱਕੇ। ਸੋ 1055 ਦੇ ਵਿੱਚ ਇੱਥੇ ਦਾਊਦ ਦਾ ਜਨਮ ਹੋਇਆ। ਦਾਊਦ ਦਾ ਜਿਹੜਾ ਜਨਮ ਉਹ 1055 ਦੇ ਵਿੱਚ ਹੋਇਆ, ਜਿਸ ਵੇਲੇ ਉਸਨੂੰ ਪ੍ਰਭੂ ਨੇ ਨਿੰਦ ਦਿੱਤਾ ਸੀ, ਉਸਨੂੰ ਛੱਡ ਦਿੱਤਾ ਸੀ ਪ੍ਰਭੂ ਨੇ, ਪਰ ਪ੍ਰਭੂ ਫਿਰ ਵੀ ਉਸਦੇ ਨਾਲ ਚੱਲਦਾ ਸੀ ਆਪਣਿਆਂ ਲੋਕਾਂ ਦੀ ਖਾਤਰ। ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ, ਆਪਣਿਆਂ ਲੋਕਾਂ ਦੀ ਖਾਤਰ, ਅਬਰਾਹਮ ਦੇ ਨਾਲ ਕੀਤੇ ਵਾਅਦੇ ਦੀ ਖਾਤਰ। ਉਹ ਜਿਹੜਾ ਅਬਰਾਹਮ ਦੇ ਨਾਲ ਉਸਨੇ ਵਾਅਦਾ ਕੀਤਾ ਸੀ, ਉਸਨੂੰ ਰੱਖਣ ਦੇ ਲਈ ਪ੍ਰਭੂ ਇਸ ਦੇ ਨਾਲ ਚੱਲਦਾ ਪਿਆ। 15ਵੇਂ ਭਾਵ ਦੇ ਵਿੱਚ ਅਸੀਂ ਆ ਪਹੁੰਚੇ ਹਾਂ। ਸੋ ਅਸੀਂ 15ਵੇਂ ਭਾਵ ਦੀਆਂ ਪਹਿਲੀਆਂ 9 ਆਇਤਾਂ ਦੇਖਦੇ ਹਾਂ। ਜਸਟ ਮਿੰਟ। ਹਾਂਜੀ ਪੜ੍ਹ ਦਿਓ ਤੁਸੀਂ। ਨਹੀਂ ਪੜ੍ਹ ਦੋ ਹੁਣ ਤੁਸੀਂ ਪੜ੍ਹ ਦੋ। ਅਮਾਲੇਕੀ ਲੋਕਾਂ ਨਾਲ ਲੜਾਈ। ਸੈਮੂਅਲ ਨੇ ਸਾਊਲ ਨੂੰ ਕਿਹਾ, ਪ੍ਰਭੂ ਨੇ ਮੈਨੂੰ ਘੱਲਿਆ ਸੀ ਕਿ ਮੈਂ ਤੈਨੂੰ ਇਸਰਾਇਲ ਉੱਤੇ ਰਾਜਾ ਥਾਪਾਂ। ਇਸ ਲਈ ਹੁਣ ਤੂੰ ਸੁਣ, ਸਰਵਸ਼ਕਤੀਮਾਨ ਪਰਮੇਸ਼ਰ ਦਾ ਸੰਦੇਸ਼ ਸੁਣ। ਮੈਂ ਅਮਾਲੇਕੀ ਲੋਕਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਦੇ ਰਿਹਾ ਹਾਂ, ਕਿਉਂਕਿ ਉਸ ਵੇਲੇ ਜਦੋਂ ਇਸਰਾਇਲੀ ਮਿਸਰ ਤੋਂ ਨਿਕਲ ਕੇ ਆਏ ਸਨ ਤਾਂ ਰਾਹ ਵਿੱਚ ਅਮਾਲੇਕੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਸੀ। ਇਸ ਲਈ ਤੂੰ ਜਾ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਨਾਸ਼ ਕਰ। ਤੂੰ ਉਹਨਾਂ ਦੇ ਆਦਮੀ, ਔਰਤਾਂ, ਬੱਚੇ, ਇੱਥੋਂ ਤੱਕ ਕਿ ਦੁੱਧ ਚੁੰਗਦੇ ਬੱਚੇ ਵੀ, ਉਹਨਾਂ ਦੇ ਜਾਨਵਰਾਂ, ਭੇਡਾਂ, ਊਠਾਂ ਤੇ ਗਧਿਆਂ ਸਮੇਤ ਕਤਲ ਕਰ ਦੇ। ਸਾਊਲ ਨੇ ਆਪਣੀ ਫੌਜ ਇਕੱਠੀ ਕੀਤੀ, ਜਿਸ ਦੀ ਗਿਣਤੀ ਇਸ ਤਰ੍ਹਾਂ ਸੀ, ਇਸਰਾਇਲੀ 2 ਲੱਖ ਫੌਜੀ ਅਤੇ ਯਹੂਦਾ ਦੇ 10,000 ਸਨ। ਫਿਰ ਸਾਊਲ ਅਮਾਲੇਕ ਦੇ ਇੱਕ ਸ਼ਹਿਰ ਕੋਲ ਜਾ ਕੇ ਇੱਕ ਦਰਿਆ ਦੀ ਵਾਦੀ ਵਿੱਚ ਸ਼ਹਿ ਲਾ ਕੇ ਬੈਠ ਗਿਆ। ਉਸ ਨੇ ਕੇਨੀ ਲੋਕਾਂ ਨੂੰ ਇਹ ਸੰਦੇਸ਼ ਘੱਲਿਆ ਜੋ ਅਮਾਲੇਕੀਆਂ ਵਿੱਚ ਰਹਿ ਰਹੇ ਸਨ, ਜਦੋਂ ਇਸਰਾਇਲੀ ਮਿਸਰ ਤੋਂ ਨਿਕਲ ਕੇ ਆ ਰਹੇ ਸਨ ਤਾਂ ਤੁਹਾਡੇ ਪੁਰਖਿਆਂ ਨੇ ਰਾਹ ਵਿੱਚ ਉਹਨਾਂ ਨਾਲ ਚੰਗਾ ਵਰਤਾਓ ਕੀਤਾ ਸੀ। ਇਸ ਲਈ ਹੁਣ ਤੁਸੀਂ ਅਮਾਲੇਕੀਆਂ ਵਿੱਚੋਂ ਬਾਹਰ ਨਿਕਲ ਜਾਵੋ ਕਿ ਕਿਤੇ ਮੈਂ ਉਹਨਾਂ ਨਾਲ ਤੁਹਾਨੂੰ ਵੀ ਕਤਲ ਨਾ ਕਰ ਦੇਵਾਂ। ਕੇਨੀ ਲੋਕ ਅਮਾਲੇਕੀਆਂ ਵਿੱਚੋਂ ਬਾਹਰ ਚਲੇ ਗਏ। ਤਦ ਸਾਊਲ ਨੇ ਅਮਾਲੇਕੀਆਂ ਨੂੰ ਹਵੀਲਾ ਤੋਂ ਲੈ ਕੇ ਸੂਰ ਦੇ ਰਾਹ ਤੱਕ ਪਿੱਛਾ ਕਰਕੇ ਮਾਰਿਆ। ਉਸਨੇ ਅਮਾਲੇਕੀ ਰਾਜਾ ਅਗਾਗ ਨੂੰ ਜਿਉਂਦਾ ਫੜ ਲਿਆ, ਪਰ ਉਸਦੇ ਸਭ ਲੋਕਾਂ ਨੂੰ ਕਤਲ ਕਰ ਦਿੱਤਾ। ਸਾਊਲ ਅਤੇ ਉਸਦੇ ਲੋਕਾਂ ਨੇ ਅਗਾਗ ਅਤੇ ਅਮਾਲੇਕੀ ਦੀਆਂ ਚੰਗੀਆਂ ਭੇਡਾਂ, ਬਲਦਾਂ, ਬੱਚਿਆਂ ਅਤੇ ਲੇਲਿਆਂ ਦੇ ਬੱਚਿਆਂ ਨੂੰ ਬਚਾ ਕੇ ਪਿੱਛੇ ਰੱਖ ਲਿਆ ਅਤੇ ਉਹਨਾਂ ਦੀਆਂ ਸਭ ਮਾੜੀਆਂ ਚੀਜ਼ਾਂ ਤੇ ਜਾਨਵਰਾਂ ਨੂੰ ਪੂਰੀ ਤਰ੍ਹਾਂ ਨਾਲ ਨਾਸ਼ ਕਰ ਦਿੱਤਾ। ਸੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਇਹ ਪਿੱਛੇ ਪੜ੍ਹਿਆ ਸੀ ਕਿ ਜਿਸ ਵੇਲੇ ਪ੍ਰਭੂ ਦੇ ਲੋਕ ਆ ਰਹੇ ਸੀ ਤਾਂ ਅਮਾਲੇਕੀ ਲੋਕਾਂ ਨੇ ਉਹਨਾਂ ਦੇ ਨਾਲ ਚੰਗਾ ਵਰਤਾਓ ਨਹੀਂ ਕੀਤਾ। ਉਹਨਾਂ ਨੇ ਕਿਹਾ ਸੀ ਕਿ ਸਾਨੂੰ ਸਿੱਧਾ ਵਿੱਚ ਦੀ ਲੰਘ ਲੈਣ ਦਿਓ, ਤੇ ਉਹਨਾਂ ਨੂੰ ਲੰਘਣ ਨਹੀਂ ਸੀ ਦਿੱਤਾ। ਉਹਨਾਂ ਨੇ ਕਿਹਾ ਤੁਸੀਂ ਸਾਡੀ ਧਰਤੀ ਤੇ, ਇਹਨਾਂ ਨੇ ਕਿਹਾ ਕਿ ਪ੍ਰਭੂ ਦੇ ਲੋਕਾਂ ਨੇ ਕਿਹਾ ਕਿ ਅਸੀਂ ਤੁਹਾਨੂੰ, ਜੇ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਕੁਝ ਖਾਵਾਂਗੇ ਵੀ ਨਹੀਂ, ਅਗਰ ਤੁਹਾਡਾ ਕੁਝ ਖਾਵਾਂਗੇ ਵੀ ਤਾਂ ਤੁਹਾਨੂੰ ਉਸ ਦਾ ਮੁੱਲ ਤੁਹਾਨੂੰ ਭਰਾਂਗੇ। ਉਹਨਾਂ ਨੇ ਤਾਂ ਵੀ ਨਹੀਂ ਲੰਘਣ ਦਿੱਤਾ, ਔਰ ਉਸ ਤੋਂ ਉਲਟ ਉਹਨਾਂ ਨੇ ਪ੍ਰਭੂ ਦੇ ਲੋਕਾਂ ਦੇ ਉੱਤੇ ਹਮਲਾ ਬੋਲ ਦਿੱਤਾ। ਔਰ ਪ੍ਰਭੂ ਨੇ ਮੂਸਾ ਦੇ ਰਾਹੀਂ
ਉਸ ਉਹਨਾਂ ਨੂੰ ਜਿੱਤ ਦਿੱਤੀ ਸੀ। ਸੋ ਜਿਸ ਵੇਲੇ ਹੁਣ ਅਸੀਂ ਮੈਪ ਦੇ ਵਿੱਚ ਆਉਨੇ ਆ ਆਪਣੇ ਚ, ਸੋ ਇਧਰਲੇ ਪਾਸੇ ਜਿਸ ਵੇਲੇ ਉਸ ਦੀ ਜੰਗ ਹੋ ਰਹੀ ਆ ਤੇ ਇਧਰਲੇ ਪਾਸੇ ਫਿਲਿਸਤੀਨੀ ਲੋਕ ਆ। ਜਿਸ ਵੇਲੇ ਇਧਰਲੇ ਪਾਸੇ I don't think I have a right map here, ਨਹੀਂ ਦੇਣਾ। ਸੋ ਇੱਥੇ ਮੋਆਬਾਈਟਾਂ ਦੇ ਥੋੜਾ ਜਿਹਾ ਥੱਲੇ ਇਸ ਇਲਾਕੇ ਦੇ ਵਿੱਚ ਇਧਰਲੇ ਪਾਸੇ ਜਿਹੜਾ ਹੈਗੇ ਆ ਉਹ ਅਮਾਲੇਕੀ ਲੋਕ ਆ, ਜਿਨ੍ਹਾਂ ਦੇ ਨਾਲ ਉਸ ਦੀ ਇਹਨਾਂ ਦੀ ਜੰਗ। ਸੋ ਦੋਨੇ ਪਾਸੇ ਜੰਗ ਚੱਲਦੀ ਪਈ ਹੈ। ਇਧਰੋਂ ਫਿਲਿਸਤੀਆਂ ਨੂੰ ਪ੍ਰਭੂ ਨੇ ਹਾਰ ਦੇ ਦਿੱਤੀ ਹੈ, ਸੋ ਹਾਲੇ ਤੱਕ ਉਹ ਉੱਠ ਕੇ ਖੜੇ ਨਹੀਂ ਹੋ ਸਕਦੇ। ਔਰ ਇਧਰਲੇ ਪਾਸੇ ਅਸੀਂ ਇਹ ਦੇਖਦੇ ਪਏ ਹਾਂ ਕਿ ਬੇਸਿਕਲੀ 15 ਸਾਲ ਬਾਅਦ ਵੀ ਸਾਊਲ ਦਾ ਜਿਹੜਾ ਸਮਾਂ ਉਹ ਜੰਗ ਵਿੱਚ ਹੀ ਗੁਜ਼ਰਦਾ ਪਿਆ। ਸੋ ਇਧਰਲੇ ਪਾਸੇ ਉਸਦੀ ਅਮਾਲੇਕੀਆਂ ਦੇ ਨਾਲ ਲੜਾਈ ਚੱਲਦੀ ਪਈ ਆ। ਕੱਲ ਨੂੰ ਮੈਂ ਉਹ ਮੈਪ ਕੱਢੂੰਗਾ ਦੂਸਰਾ, ਉਹਦੇ ਵਿੱਚੋਂ ਫਿਰ ਅਸੀਂ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇਖਾਂਗੇ। ਸੋ let's see if I can move this a little bit. Exodus, map of promised land. ਕੱਲ ਨੂੰ ਮੈਂ ਕੱਢ ਕੇ ਰੱਖੂੰਗਾ ਮੈਪ, ਕੱਲ ਨੂੰ ਕੱਢ ਕੇ ਰੱਖੂੰਗਾ, ਮੈਨੂੰ ਦੁਬਾਰਾ ਸਰਚ ਕਰਨਾ ਪੈਣਾ। ਸੋ ਅਸੀਂ ਦੇਖਦੇ ਪਏ ਹਾਂ ਕਿ ਦੋਨੋਂ ਫਰੰਟ ਤੇ ਜੰਗ ਚੱਲਦੀ ਪਈ ਹੈ। ਇੱਕ ਪਾਸੋਂ ਇੱਕ ਨੂੰ ਮਾਰ ਕੇ ਹਟਦਾ ਆ ਤੇ ਦੂਜੇ ਪਾਸੇ ਦੂਸਰੇ ਫਨ ਚੱਕ ਲੈਂਦੇ। ਸੋ ਔਰ ਕਈਆਂ ਨੂੰ ਸਜ਼ਾ ਦੇਣ ਦੇ ਲਈ ਪ੍ਰਭੂ ਘੱਲ ਰਿਹਾ ਕਿ ਇਹਨਾਂ ਨੂੰ ਸਜ਼ਾ ਦੇਣੀ ਜ਼ਰੂਰੀ ਆ, ਕਿਉਂਕਿ ਇਹਨਾਂ ਨੇ ਮੇਰੇ ਲੋਕਾਂ ਦਾ ਰਸਤਾ ਰੋਕਿਆ ਸੀ। ਸੋ ਹੁਣ ਇਸ ਵੇਲੇ ਉਦਾਂ ਅਮਾਲੇਕੀ ਲੋਕ ਤਕੜੇ ਆ, ਕੱਲੇ ਕਿਸੇ ਇੱਕ ਦੇ ਵੱਸ ਦਾ ਕੰਮ ਨਹੀਂ ਹੈਗਾ, ਕਿਉਂਕਿ ਹੁਣ ਕੌਮ ਨੂੰ ਇੱਕ ਰਾਜਾ ਔਰ ਸਾਰਾ ਜਿਹੜਾ ਦੇਸ਼ ਆ ਉਹਦੇ ਥੱਲੇ ਆ। ਸੋ ਹੁਣ ਸੰਯੁਕਤ ਸੈਨਾ ਜਿਹੜੀ ਹੈ ਉਹ ਜਾ ਰਹੀ ਆ ਔਰ ਉਹਨਾਂ ਨੇ ਅਮਾਲੇਕੀ ਲੋਕਾਂ ਨੂੰ ਸਜ਼ਾ ਦੇਣੀ ਆ। ਸੋ ਜਿਨ੍ਹਾਂ ਨੇ ਭਲਾ ਵਰਤਾਓ ਕੀਤਾ ਉਹਨਾਂ ਨੂੰ ਉਹ ਕਹਿ ਰਿਹਾ ਕਿ ਤੁਸੀਂ ਉੱਠ ਕੇ ਇਹਨਾਂ ਵਿੱਚੋਂ ਚਲੇ ਜਾਓ, ਪਰ ਪ੍ਰਭੂ ਦਾ ਹੁਕਮ ਉਸਨੇ ਫਿਰ ਨਹੀਂ ਮੰਨਿਆ। ਉਸਨੂੰ ਇਹ ਕਿਹਾ ਗਿਆ ਸੀ ਕਿ ਉਹਨਾਂ ਦਾ ਕੋਈ ਵੀ ਬਚਣਾ ਨਹੀਂ ਚਾਹੀਦਾ, ਕਿ ਜਿਨ੍ਹਾਂ ਨੇ ਪ੍ਰਭੂ ਦੇ ਰਸਤੇ ਦੇ ਵਿੱਚ ਆਏ ਉਹ ਪ੍ਰਭੂ ਦੇ ਲੋਕਾਂ ਦੇ ਰਸਤੇ ਦੇ ਵਿੱਚ ਆਏ। ਔਰ ਇਹ ਬੇਸਿਕਲੀ ਉਹੀ ਲੋਕ ਆ ਜੋ 400 ਸਾਲ ਪਹਿਲਾਂ ਅਬਰਾਹਮ ਦੇ ਰਾਹੀਂ 15ਵੇਂ ਭਾਗ ਦੇ ਵਿੱਚ ਉਸਨੇ ਕਿਹਾ ਸੀ ਕਿ ਉਹਨਾਂ ਦਾ ਪਾਪ ਦਾ ਪਿਆਲਾ ਹਾਲੇ ਭਰਿਆ ਨਹੀਂ। ਔਰ ਜਿਹੜਾ ਆਖਰੀ ਕਹਿੰਦੇ ਨਾ ਕਿ ਉਹ ਊਂਠ ਦੇ ਉੱਤੇ ਤਿਣਕਾ ਰੱਖਿਆ ਤੇ ਉਹਦੀ ਕਮਰ ਟੁੱਟ ਗਈ, ਇਹ ਆਖਰੀ ਤਿਣਕਾ ਜਿਹੜਾ ਪ੍ਰਭੂ ਦੇ ਲੋਕਾਂ ਦਾ ਉਹਨਾਂ ਨੇ ਰਸਤਾ ਰੋਕਿਆ, ਇਹ ਆਖਰੀ ਤਿਣਕਾ ਸੀ। ਲੇਕਿਨ ਹੁਣ ਸਾਊਲ ਦੀ ਸੰਯੁਕਤ ਸੈਨਾ ਔਰ ਯਹੂਦਾ ਦੇ 10,000 ਨਾਲ ਸੈਨਿਕ, ਉਹ ਸਾਰੇ ਜਾਣੇ ਰਲ ਕੇ ਹੁਣ ਉਹਨਾਂ ਨੇ ਹਮਲਾ ਬੋਲਿਆ। ਪ੍ਰਭੂ ਨੇ ਪੂਰੀ ਜਿੱਤ ਦਿੱਤੀ, ਲੇਕਿਨ ਫਿਰ ਵੀ ਸਾਊਲ ਨੇ ਜਿਹੜਾ ਕੰਮ ਕੀਤਾ ਉਹ ਗਲਤ ਕੀਤਾ। ਉਸਨੇ ਉੱਥੇ ਦੇ ਰਾਜੇ ਨੂੰ ਵੀ ਬਚਾ ਲਿਆ ਔਰ ਬੇਸਿਕਲੀ ਉਸ ਦੀਆਂ ਪਤਨੀਆਂ ਨੂੰ ਵੀ ਬਚਾ ਲਿਆ, ਔਰ ਪਲੱਸ ਜਿਹੜੀਆਂ ਚੰਗੀਆਂ ਭੇਡਾਂ ਬੱਕਰੀਆਂ ਸੀ ਉਹ ਬਚਾ ਲਿਆ। ਲੇਕਿਨ ਦੇਖਿਓ ਉਸਨੇ ਫਿਰ ਝੂਠ ਬੋਲਣਾ। ਸੋ ਆਓ ਅਸੀਂ 10 ਆਇਤ ਤੋਂ ਲੈ ਕੇ ਅਸੀਂ 10 ਆਇਤ ਤੋਂ ਲੈ ਕੇ ਅਸੀਂ 23 ਆਇਤ ਦੇ ਐਂਡ ਤੱਕ ਦੇਖਾਂਗੇ। 15ਵਾਂ ਚੈਪਟਰ? ਹਾਂਜੀ 15ਵਾਂ ਚੈਪਟਰ? ਹਾਂਜੀ 15ਵਾਂ ਪੜ੍ਹਦੇ ਪਏ। ਹਾਂਜੀ ਮੈਂ ਪੜ੍ਹਦੇ ਬਸ ਜੀ, ਪੜ੍ਹਦੇ 10 ਤੋਂ 23। ਓਕੇ। ਸਾਊਲ ਦਾ ਰਾਜਾ ਦੇ ਤੌਰ ਤੇ ਰੱਦੇ ਜਾਣਾ। ਪ੍ਰਭੂ ਦਾ ਸੰਦੇਸ਼ ਸੈਮੂਅਲ ਨੂੰ ਇਸ ਤਰ੍ਹਾਂ ਮਿਲਿਆ, ਮੈਨੂੰ ਅਫਸੋਸ ਹੈ ਕਿ ਮੈਂ ਸਾਊਲ ਨੂੰ ਰਾਜਾ ਬਣਾਇਆ, ਕਿਉਂਕਿ ਉਸਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ ਤੇ ਮੇਰੀਆਂ ਆਗਿਆਵਾਂ ਦੀ ਪਾਲਣਾ ਨਹੀਂ ਕੀਤੀ ਹੈ। ਸੈਮੂਅਲ ਸਾਰੀ ਰਾਤ ਕ੍ਰੋਧ ਵਿੱਚ ਪ੍ਰਭੂ ਸਾਹਮਣੇ ਪ੍ਰਾਰਥਨਾ ਕਰਦਾ ਰਿਹਾ। ਤਦ ਸੈਮੂਅਲ ਅਗਲੀ ਸਵੇਰੇ ਉੱਠ ਕੇ ਸਾਊਲ ਨੂੰ ਮਿਲਣ ਗਿਆ, ਪਰ ਉਸਨੂੰ ਪਤਾ ਲੱਗਾ ਕਿ ਉਹ ਕਰਮਲ ਨਗਰ ਨੂੰ ਆਪਣੇ ਲਈ ਇੱਕ ਯਾਦਗਾਰ ਬਣਾਉਣ ਗਿਆ ਹੈ। ਇਸ ਲਈ ਸੈਮੂਅਲ ਉੱਥੋਂ ਮੁੜ ਕੇ ਗਿਲਗਾਲ ਨੂੰ ਚਲਾ ਗਿਆ। ਫਿਰ ਜਦੋਂ ਸੈਮੂਅਲ ਸਾਊਲ ਕੋਲ ਗਿਆ ਤਾਂ ਸਾਊਲ ਨੇ ਉਸ ਦਾ ਸਵਾਗਤ ਇਹ ਕਹਿ ਕੇ ਕੀਤਾ, ਪ੍ਰਭੂ ਤੈਨੂੰ ਅਸੀਸ ਦੇਵੇ, ਮੈਂ ਪ੍ਰਭੂ ਦੀ ਆਗਿਆ ਪੂਰੀ ਕਰ ਦਿੱਤੀ ਹੈ। ਸੈਮੂਅਲ ਨੇ ਕਿਹਾ, ਫਿਰ ਮੈਂ ਭੇਡਾਂ ਦੀ ਮੈਂ ਅਤੇ ਬਲਦਾਂ ਦਾ ਅਡਾਉਣਾ ਕਿਉਂ ਸੁਣ ਰਿਹਾ ਹਾਂ? ਸਾਊਲ ਨੇ ਉੱਤਰ ਦਿੱਤਾ, ਮੇਰੇ ਆਦਮੀਆਂ ਨੇ ਇਹ ਚੰਗੀਆਂ ਭੇਡਾਂ ਅਤੇ ਬਲਦ
ਅਮਾਲੇਕੀਆਂ ਕੋਲੋਂ ਪ੍ਰਭੂ ਤੇਰੇ ਪਰਮੇਸ਼ਰ ਦੇ ਸਾਹਮਣੇ ਬਲੀ ਚੜਾਉਣ ਲਈ ਲਿਆਏ ਹਨ, ਪਰ ਬਾਕੀ ਸਭ ਕੁਝ ਅਸੀਂ ਉੱਥੇ ਹੀ ਨਾਸ਼ ਕਰ ਦਿੱਤਾ ਹੈ। ਸੈਮੂਅਲ ਨੇ ਤੁਰੰਤ ਕਿਹਾ, ਚੁੱਪ ਰਹਿ, ਮੈਂ ਤੈਨੂੰ ਦੱਸਦਾ ਹਾਂ ਕਿ ਪ੍ਰਭੂ ਨੇ ਅੱਜ ਰਾਤ ਮੇਰੇ ਉੱਤੇ ਕੀ ਪ੍ਰਗਟ ਕੀਤਾ ਹੈ। ਸਾਊਲ ਬੋਲਿਆ, ਦੱਸ। ਸੈਮੂਅਲ ਨੇ ਕਿਹਾ, ਬੇਸ਼ੱਕ ਤੂੰ ਆਪਣੇ ਆਪ ਵਿੱਚ ਕੁਝ ਵੀ ਨਹੀਂ ਹੈ, ਪਰ ਫਿਰ ਵੀ ਤੂੰ ਪੂਰੀ ਇਸਰਾਇਲ ਕੌਮ ਦਾ ਸ਼ਾਸਕ ਹੈ। ਪ੍ਰਭੂ ਨੇ ਤੇਰਾ ਇਸਰਾਇਲ ਦੇ ਰਾਜਾ ਦੇ ਤੌਰ ਤੇ ਅਭਿਸ਼ੇਕ ਕੀਤਾ। ਉਸਨੇ ਤੈਨੂੰ ਦੱਸਿਆ ਕਿ ਤੂੰ ਪਾਪੀ ਅਮਾਲੇਕੀਆਂ ਦਾ ਨਾਸ਼ ਕਰੇ। ਉਸ ਦੀ ਆਗਿਆ ਸੀ ਕਿ ਤੂੰ ਅੰਤ ਤੱਕ ਲੜ ਕੇ ਉਹਨਾਂ ਦਾ ਸਭ ਕੁਝ ਨਾਸ਼ ਕਰੇ। ਫਿਰ ਉਸ ਨੂੰ ਉਸਦੀ ਇਹ ਆਗਿਆ ਕਿਉਂ ਨਾ ਮੰਨੀ? ਤੂੰ ਕਿਉਂ ਲੁੱਟ ਦਾ ਮਾਲ ਆਪਣੇ ਲਈ ਰੱਖਿਆ ਤੇ ਉਸਨੂੰ ਕ੍ਰੋਧਿਤ ਕੀਤਾ ਹੈ? ਸਾਊਲ ਨੇ ਉੱਤਰ ਦਿੱਤਾ, ਮੈਂ ਤਾਂ ਪ੍ਰਭੂ ਦੀ ਆਗਿਆ ਮੰਨੀ ਹੈ। ਮੈਂ ਉਸ ਦੀ ਆਗਿਆ ਅਨੁਸਾਰ ਗਿਆ ਅਤੇ ਅਮਾਲੇਕੀਆਂ ਨੂੰ ਹਰਾ ਕੇ ਉਹਨਾਂ ਨੂੰ ਨਾਸ਼ ਕਰ ਦਿੱਤਾ ਅਤੇ ਉਹਨਾਂ ਦੇ ਰਾਜਾ ਅਗਾਗ ਨੂੰ ਖਤਮ ਕਰ ਦਿੱਤਾ। ਪਰ ਮੇਰੇ ਆਦਮੀਆਂ ਨੇ ਚੰਗੀਆਂ ਭੇਡਾਂ ਤੇ ਬਲਦ ਬਚਾ ਲਏ ਕਿ ਉਹ ਇੱਥੇ ਗਲਗਾਲ ਵਿੱਚ ਲਿਆ ਕੇ ਪ੍ਰਭੂ ਤੇਰੇ ਪਰਮੇਸ਼ਰ ਦੇ ਸਾਹਮਣੇ ਬਲੀ ਚੜਾਉਣ। ਸੈਮੂਅਲ ਨੇ ਉਸਨੂੰ ਕਿਹਾ ਕਿ ਪ੍ਰਭੂ ਆਪਣੀ ਆਗਿਆ ਮੰਨੇ ਜਾਣ ਦੀ ਥਾਂ ਭੇਡਾਂ ਤੇ ਬਲੀਆਂ ਤੋਂ ਖੁਸ਼ ਹੁੰਦਾ ਹੈ। ਹਾਂ, ਉਸਦੀ ਆਗਿਆ ਮੰਨਣਾ ਬਲੀਆਂ ਤੋਂ ਕਿਤੇ ਚੰਗਾ ਹੈ ਅਤੇ ਛਤਰਿਆਂ ਦੀ ਚਰਬੀ ਨਾਲੋਂ ਉਸਦਾ ਸੁਣਨਾ ਚੰਗਾ ਹੈ। ਪ੍ਰਭੂ ਦੀ ਅਵੱਗਿਆਕਾਰੀ ਜਾਦੂ ਟੂਣੇ ਦੇ ਬਰਾਬਰ ਹੈ ਤੇ ਜਿੱਦੀਪੁਣਾ ਤੇ ਵਿਚਾਰ ਮੂਰਤੀ ਪੂਜਾ ਦੇ ਬਰਾਬਰ ਹੈ। ਤੂੰ ਪ੍ਰਭੂ ਦੇ ਬਚਨ ਨੂੰ ਰੱਦਿਆ ਹੈ, ਇਸ ਲਈ ਉਹ ਵੀ ਤੇਰਾ ਰਾਜਾ ਹੋਣਾ ਰੱਦਦਾ ਹੈ। ਸੋ ਸਭ ਤੋਂ ਪਹਿਲਾ ਝੂਠ ਉਸਨੇ ਇਹ ਬੋਲਿਆ ਕਿ ਮੈਂ ਜਿਹੜਾ ਇਹ ਭੇਡਾਂ ਬੱਕਰੀਆਂ ਲਿਆਂਦੀਆਂ ਆ, ਇਹ ਪ੍ਰਭੂ ਪਰਮੇਸ਼ਰ ਦੇ ਅੱਗੇ ਬਲੀ ਚੜਾਉਣ ਦੇ ਲਈ ਲਿਆਂਦੇ। ਔਰ ਪ੍ਰਭੂ ਕਦੀ ਵੀ ਦੁਸ਼ਮਣਾਂ ਦੀਆਂ ਭੇਡਾਂ ਬੱਕਰੀਆਂ ਦੀ ਬਲੀ ਨਹੀਂ ਉਸਨੇ ਕਦੀ ਸੀ ਮੰਗੀ। ਇਹ ਉਹ ਚੰਗੀ ਤਰ੍ਹਾਂ ਜਾਣਦਾ। ਉਹ ਬਲੀਆਂ ਉਹ ਚੜਾਈਆਂ ਜਾਂਦੀਆਂ ਸੀ ਜਿਹੜੀਆਂ ਉਹਨਾਂ ਦੀਆਂ ਆਪ ਜਿਹੜੇ ਉਹ ਪਾਲਦੇ ਸੀ। ਉਹਨੂੰ ਕੋਈ ਭੇਡਾਂ ਬੱਕਰੀਆਂ ਦੀ ਕੋਈ ਭੁੱਖ ਥੋੜ੍ਹੀ ਸੀਗੀ। ਸੋ ਉਸਨੇ ਕਿਹਾ, ਤੂੰ ਚੁੱਪ ਕਰ, ਤੂੰ ਝੂਠ ਬੋਲਦਾ ਪਿਆ। ਫਿਰ ਅਗਲਾ ਝੂਠ ਉਸਨੇ ਇਹ ਬੋਲਿਆ, ਦੇਖੋ ਇਸ ਚੀਜ਼ ਨੂੰ ਬੜੇ ਧਿਆਨ ਦੇ ਨਾਲ ਦੇਖਿਓ। ਅਸੀਂ 20ਵੀਂ ਆਇਤ ਮੇਰੇ ਨਾਲ, ਸਾਊਲ ਨੇ ਉੱਤਰ ਦਿੱਤਾ, ਮੈਂ ਤਾਂ ਪ੍ਰਭੂ ਦੀ ਆਗਿਆ ਮੰਨੀ ਹੈ। ਮੈਂ ਉਸ ਦੀ ਆਗਿਆ ਅਨੁਸਾਰ ਗਿਆ, ਅਮਾਲੇਕੀਆਂ ਨੂੰ ਹਰਾ ਕੇ ਉਹਨਾਂ ਨੂੰ ਨਾਸ਼ ਕਰ ਦਿੱਤਾ ਅਤੇ ਉਹਨਾਂ ਦੇ ਰਾਜਾ ਅਗਾਗ ਨੂੰ ਖਤਮ ਕਰ ਦਿੱਤਾ। ਜਿਹੜੀ ਰੀਅਲੀ ਡਿਡ ਦੈਟ, ਸੱਚਮੁੱਚ ਉਹਨੇ ਖਤਮ ਕਰ ਦਿੱਤਾ ਸੀ? ਨਹੀਂ, ਉਹਨੂੰ ਤਾਂ ਜਿਉਂਦਾ ਫੜ ਕੇ ਲਿਆਇਆ ਸੀ। ਦੂਸਰਾ ਝੂਠ। ਹੁਣ ਦੇਖੋ, ਫਿਰ ਮੇਰੇ ਆਦਮੀਆਂ ਨੇ ਚੰਗੀਆਂ ਭੇਡਾਂ ਅਤੇ ਬਲਦ ਬਚਾ ਲਏ ਅਤੇ ਗਿਲਗਾਲ ਦੇ ਵਿੱਚ ਆਪਣੇ ਪ੍ਰਭੂ ਤੇਰੇ ਪਰਮੇਸ਼ਰ ਸਾਹਮਣੇ ਬਲੀ ਚੜਾਉਣ। ਔਰ ਇਹ ਵੀ ਝੂਠ ਹੈ। ਆਪਣੇ ਲਈ ਲੈ ਕੇ ਆਏ, ਔਰ ਜਿਸ ਲਈ ਇੱਕ ਤੋਂ ਬਾਅਦ ਇੱਕ ਫਸਟ ਸਟ੍ਰਾਈਕ ਝੂਠ। ਪਹਿਲਾ ਉਸਨੇ ਪ੍ਰਭੂ ਦੀ ਆਗਿਆ ਨਹੀਂ ਮੰਨੀ, ਉਹ ਝੂਠ, ਉਹ ਪਾਪ। ਫਿਰ ਪਹਿਲਾ ਝੂਠ ਜਿਹੜਾ ਉਹ ਬੋਲਿਆ, ਉਹ ਪਾਪ। ਫਿਰ ਕਹਿੰਦਾ ਮੈਂ ਅਗਾਗ ਨੂੰ ਮਾਰ ਦਿੱਤਾ, ਉਹ ਝੂਠ। ਫਿਰ ਕਹਿੰਦਾ ਇਹ ਅਸੀਂ ਤਾਂ ਲੈ ਕੇ ਆਏ ਹਾਂ ਕਿ ਬਲੀਆਂ ਚੜਾਈਏ, ਉਹ ਵੀ ਝੂਠ ਹੈ। ਸੋ ਝੂਠ ਤੋਂ ਬਾਅਦ ਝੂਠ ਬੋਲਦਾ ਪਿਆ, ਔਰ ਹੁਣ ਉਹਦਾ ਪਿਆਲਾ ਭਰ ਗਿਆ। ਹੁਣ ਪ੍ਰਭੂ ਐਸੇ ਬੰਦੇ ਨੂੰ ਆਪਣੇ ਲੋਕਾਂ ਦੇ ਨੂੰ ਰਾਜ ਨਹੀਂ ਕਰਨ ਦੇ ਸਕਦਾ, ਕਿਉਂਕਿ ਇਟ ਇਜ਼ ਅ ਵੈਰੀ ਯੰਗ ਕੰਟਰੀ। ਇਸ ਨੂੰ ਤਾਂ ਬਣੇ ਹੋਏ ਵੀ ਹਾਲੇ 400 ਸਾਲ ਨਹੀਂ ਹੋਏ। ਔਰ ਪ੍ਰਭੂ ਸ਼ੁਰੂ ਦੇ ਵਿੱਚ ਹੀ ਪ੍ਰਭੂ ਨੇ ਇਸ ਚੀਜ਼ ਨੂੰ ਰੋਕਣਾ ਮੰਗਦਾ। ਸੋ ਇਸ ਕਰਕੇ ਉਸਨੇ ਕਿਹਾ, ਸੈਮੂਅਲ ਨੇ ਉਸਨੂੰ ਕਿਹਾ ਕਿ ਪ੍ਰਭੂ ਦੀ ਆਗਿਆ ਮੰਨੇ ਜਾਣ ਦੀ ਥਾਂ ਭੇਡਾਂ ਬਲੀਆਂ ਤੋਂ ਖੁਸ਼ ਹੁੰਦਾ। ਕੀ ਆਗਿਆ, ਪ੍ਰਭੂ ਦੀ ਜਿਹੜੀ ਆਗਿਆ ਉਹ ਮੰਨੀ ਜਾਣੀ ਜ਼ਰੂਰੀ ਹੈ। ਓਬੀਡੀਐਂਸ ਉਹ ਬੰਦੇ ਕੋਲੋਂ ਮੰਗਦਾ। ਹਾਂ, ਉਸਦੀ ਆਗਿਆ ਮੰਨਣਾ ਬਲੀਆਂ ਤੋਂ ਕਿਤੇ ਚੰਗਾ ਹੈ ਅਤੇ ਛਤਰਿਆਂ ਦੀ ਚਰਬੀ ਨਾਲੋਂ ਉਸਦੀ ਸੁਣਨਾ ਚੰਗਾ ਹੈ।
ਪ੍ਰਭੂ ਦੀ ਅਵਗਿਆਕਾਰੀ ਜਾਦੂ ਟੂਣੇ ਦੇ ਬਰਾਬਰ ਹੈ ਅਤੇ ਜਿੱਦੀਪੁਣਾ ਤੇ ਵਿਚਾਰ ਮੂਰਤੀ ਪੂਜਾ ਦੇ ਬਰਾਬਰ ਹੈ। ਉਸਨੇ ਉਸਨੂੰ ਜਵਾਬ ਦੇ ਦਿੱਤਾ ਕਿ ਤੂੰ ਉੱਥੋਂ ਲੈ ਕੇ ਕੀ ਆਇਆ? ਉਸਦੀ ਰਾਣੀਆਂ ਲੈ ਕੇ ਆਇਆ ਤੂੰ ਨਾਲ, ਤੂੰ ਮੈਨੂੰ ਇਕੱਲੇ ਨੂੰ ਨਹੀਂ ਲੈ ਕੇ ਆਇਆ। ਪ੍ਰਭੂ ਨੇ ਉਸਨੂੰ ਦੱਸ ਦਿੱਤਾ, ਤੂੰ ਪ੍ਰਭੂ ਦੇ ਵਚਨ ਨੂੰ ਰੱਖਿਆ ਹੈ, ਸੋ ਅੱਜ ਉਹ ਤੈਨੂੰ ਰਾਜਾ ਹੋਣ ਤੋਂ ਰੱਖਦਾ। He's done। ਦੇਖਿਓ ਇਹਦਾ ਅਸਰ ਕੀ ਹੋਣਾ ਗਾਂ, ਜਿਸ ਲਈ ਅਸੀਂ ਦੇਖਣਾ। ਸੋ ਆਓ ਮੇਰੇ ਨਾਲ 24 ਆਇਤ ਤੋਂ ਲੈ ਕੇ ਅਸੀਂ ਚੈਪਟਰ ਦੇ ਐਂਡ ਤੱਕ ਹੁਣ ਜਾਵਾਂਗੇ। ਸਾਊਲ ਨੇ ਕਿਹਾ, ਸੱਚਮੁੱਚ ਮੈਂ ਪਾਪ ਕੀਤਾ ਹੈ। ਮੈਂ ਪ੍ਰਭੂ ਦੀ ਆਗਿਆ ਤੋੜੀ ਅਤੇ ਤੇਰੀਆਂ ਹਦਾਇਤਾਂ ਦੀ ਪਰਵਾਹ ਨਾ ਕੀਤੀ। ਮੈਂ ਆਪਣੇ ਲੋਕਾਂ ਤੋਂ ਡਰ ਗਿਆ ਸਾਂ, ਇਸ ਲਈ ਮੈਂ ਉਹਨਾਂ ਦੀ ਗੱਲ ਮੰਨੀ। ਪਰ ਤੂੰ ਮੇਰੇ ਪਾਪ ਮਾਫ ਕਰ ਦੇ ਤੇ ਮੇਰੇ ਨਾਲ ਗਿਲਗਾਲ ਨੂੰ ਚੱਲ ਕਿ ਮੈਂ ਪ੍ਰਭੂ ਦੀ ਉਪਾਸਨਾ ਕਰਾਂ। ਸੈਮੂਅਲ ਨੇ ਉੱਤਰ ਦਿੱਤਾ, ਨਹੀਂ, ਮੈਂ ਤੇਰੇ ਨਾਲ ਨਹੀਂ ਜਾਵਾਂਗਾ, ਕਿਉਂਕਿ ਤੂੰ ਪ੍ਰਭੂ ਦੇ ਵਚਨ ਨੂੰ ਰੱਦਿਆ ਹੈ ਤੇ ਉਸਨੇ ਤੈਨੂੰ ਇਜ਼ਰਾਈਲ ਦੇ ਰਾਜਾ ਹੋਣ ਤੋਂ ਰੱਦ ਦਿੱਤਾ ਹੈ। ਇਹ ਕਹਿ ਕੇ ਸੈਮੂਅਲ ਜਾਣ ਦੇ ਲਈ ਪਿਛਾਂਹ ਮੁੜਿਆ, ਪਰ ਸਾਊਲ ਨੇ ਉਸ ਦਾ ਚੋਗਾ ਕੱਸ ਕੇ ਫੜ ਲਿਆ, ਜੋ ਪਾਟ ਗਿਆ। ਸੈਮੂਅਲ ਨੇ ਕਿਹਾ, ਪ੍ਰਭੂ ਨੇ ਤੇਰਾ ਰਾਜ ਅੱਜ ਤੇਰੇ ਕੋਲੋਂ ਪਾੜ ਕੇ ਤੇਰੇ ਗੁਆਂਢੀ ਦੇ ਹੱਥੀਂ ਸੌਂਪ ਦਿੱਤਾ ਹੈ, ਜੋ ਤੇਰੇ ਤੋਂ ਚੰਗਾ ਹੈ। ਇਜ਼ਰਾਈਲ ਦੀ ਸ਼ਾਨ ਅਰਥਾਤ ਪ੍ਰਭੂ ਨਾ ਝੂਠ ਬੋਲਦਾ ਹੈ ਅਤੇ ਨਾ ਹੀ ਪਛਤਾਉਂਦਾ ਹੈ, ਕਿਉਂਕਿ ਉਹ ਮਨੁੱਖ ਨਹੀਂ ਹੈ। ਸਾਊਲ ਨੇ ਉੱਤਰ ਦਿੱਤਾ, ਠੀਕ ਹੈ, ਮੈਂ ਪਾਪ ਕੀਤਾ ਹੈ, ਪਰ ਤੂੰ ਮੇਰੇ ਲੋਕਾਂ, ਬਜ਼ੁਰਗਾਂ ਅਤੇ ਇਜ਼ਰਾਈਲ ਸਾਹਮਣੇ ਮੇਰਾ ਮਾਣ ਰੱਖ ਅਤੇ ਮੇਰੇ ਨਾਲ ਚੱਲ, ਤਾਂ ਜੋ ਮੈਂ ਜਾ ਕੇ ਪ੍ਰਭੂ ਤੇਰੇ ਪਰਮੇਸ਼ਰ ਦੀ ਉਪਾਸਨਾ ਕਰਾਂ। ਸੋ ਸੈਮੂਅਲ ਸਾਊਲ ਦੇ ਨਾਲ ਗਿਲਗਾਲ ਨੂੰ ਗਿਆ ਅਤੇ ਸਾਊਲ ਨੇ ਉੱਥੇ ਪ੍ਰਭੂ ਦੀ ਉਪਾਸਨਾ ਕੀਤੀ। ਤਦ ਸੈਮੂਅਲ ਨੇ ਕਿਹਾ, ਅਮਾਲੇਕੀ ਰਾਜਾ ਅਗਾਗ ਨੂੰ ਮੇਰੇ ਕੋਲ ਲੈ ਆ। ਅਗਾਗ ਨਿਸ਼ਚਿੰਤ ਹੋ ਕੇ ਇਹ ਸੋਚਦਾ ਹੋਇਆ ਉੱਥੇ ਹਾਜ਼ਰ ਹੋਇਆ, ਹੁਣ ਤਾਂ ਮੌਤ ਦਾ ਛਾਇਆ ਮੇਰੇ ਕੋਲੋਂ ਦੂਰ ਹੋ ਗਿਆ ਹੈ। ਪਰ ਸੈਮੂਅਲ ਨੇ ਉਸਨੂੰ ਕਿਹਾ, ਜਿਸ ਤਰ੍ਹਾਂ ਤੇਰੀ ਤਲਵਾਰ ਨਾਲ ਬਹੁਤ ਸਾਰੀਆਂ ਮਾਵਾਂ ਨਿਰਸੰਤਾਨ ਹੋ ਗਈਆਂ ਹਨ, ਇਸੇ ਤਰ੍ਹਾਂ ਅੱਜ ਤੇਰੀ ਮਾਂ ਵੀ ਨਿਰਸੰਤਾਨ ਹੋ ਜਾਵੇਗੀ। ਇਹ ਕਹਿ ਕੇ ਸੈਮੂਅਲ ਨੇ ਬੀਬੀ ਸਾਹਮਣੇ ਅਗਾਗ ਦੇ ਟੋਟੇ ਕਰ ਦਿੱਤਾ। ਇਹ ਕੰਮ ਕਰਕੇ ਸੈਮੂਅਲ ਰਮਾਹ ਨੂੰ ਚਲਾ ਗਿਆ ਤੇ ਸਾਊਲ ਆਪਣੇ ਨਗਰ ਗਿਬਿਆ ਨੂੰ। ਇਸ ਦੇ ਪਿੱਛੋਂ ਸੈਮੂਅਲ ਆਪਣੀ ਮੌਤ ਹੋਣ ਤੱਕ ਸਾਊਲ ਨੂੰ ਨਾ ਮਿਲਿਆ, ਪਰ ਉਸ ਦੇ ਲਈ ਉਦਾਸ ਰਿਹਾ। ਪ੍ਰਭੂ ਨੇ ਸਾਊਲ ਨੂੰ ਇਜ਼ਰਾਈਲ ਦਾ ਰਾਜਾ ਬਣਾਉਣ ਦੇ ਲਈ ਅਫਸੋਸ ਕੀਤਾ। ਇੱਥੇ ਸਾਨੂੰ ਇੱਕ ਚੀਜ਼ ਬੜੀ ਧਿਆਨ ਦੇ ਨਾਲ ਦੇਖਣੀ ਪੈਂਦੀ ਹੈ ਕਿ ਪ੍ਰਭੂ ਨੇ ਉਸਨੂੰ ਰਾਜਾ ਵੀ ਬਣਾਇਆ ਤੇ ਅਫਸੋਸ ਵੀ ਕੀਤਾ। ਕਿਉਂ? ਕਿਉਂਕਿ ਪ੍ਰਭੂ ਹਰ ਇਨਸਾਨ ਨੂੰ ਮੌਕਾ ਦਿੰਦਾ ਹੈ, ਮੌਕਾ ਦਿੰਦਾ, ਪਰ ਜਿਸ ਵੇਲੇ ਅਸੀਂ ਉਸ ਮੌਕੇ ਦਾ ਫਾਇਦਾ ਨਹੀਂ ਉਠਾਉਂਦੇ ਤਾਂ ਫਿਰ ਸਾਨੂੰ ਮੌਕੇ ਤੋਂ ਬਾਅਦ ਮੌਕਾ ਦਿੰਦਾ। ਅਫਸੋਸ ਪ੍ਰਭੂ ਨੇ ਆਪਣੇ ਤੇ ਨਹੀਂ ਕੀਤਾ, ਸਾਊਲ ਤੇ ਕੀਤਾ। ਇਹ ਅਫਸੋਸ ਸਾਊਲ ਦਾ ਹੈ ਕਿ ਮੈਂ ਇਸਨੂੰ ਬਹੁਤ ਬਰਕਤ ਦੇਣੀ ਮੰਗਦਾ ਸੀ, ਪਰ ਇਹਨੇ ਆਪਣੀ ਬਰਕਤ ਗਵਾ ਲਈ। ਇਹਨੇ ਆਪਣੀ ਬਰਕਤ ਗਵਾ ਲਈ। ਇਹ ਆਪਣਿਆਂ ਲੋਕਾਂ ਦੇ ਲਈ ਇੱਕ ਗਲਤ, ਤੁਸੀਂ ਇਹ ਕਹਿ ਸਕਦੇ, ਇੱਕ ਗਲਤ ਇਨਸਾਨ ਉਹਨਾਂ ਦੇ ਸਾਹਮਣੇ, ਇੱਕ ਗਲਤ ਉਦਾਹਰਨ ਇਹ ਪੈਦਾ ਕਰ ਰਿਹਾ ਸੀ ਕਿ ਇਹਦੇ ਲੋਕ ਵੀ ਬਾਅਦ ਦੇ ਵਿੱਚ ਉਹੀ ਕੰਮ ਕਰਦੇ। ਸੋ ਇੱਥੇ ਅਸੀਂ ਇਹ ਦੇਖਦੇ ਪਏ ਹਾਂ ਕਿ ਉਸਨੇ ਜਿੱਦਾਂ ਹੀ ਸੈਮੂਅਲ ਮੁੜਿਆ, ਉਸਨੇ ਕਿਹਾ ਕਿ ਮੈਂ ਤੇਰੇ ਨਾਲ ਨਹੀਂ ਜਾ ਸਕਦਾ। ਔਰ ਹੁਣ ਇੱਥੇ ਇੱਕ ਮੇਨ ਚੀਜ਼ ਹੋਰ ਆਉਂਦੀ ਜਿਹੜੀ ਨੋਟ ਕਰਨ ਵਾਲੀ ਆ, ਉਹ ਇਹ, ਸਾਊਲ ਨੇ ਕਿਹਾ, ਸੱਚਮੁੱਚ ਮੈਂ ਪਾਪ ਕੀਤਾ ਹੈ ਅਤੇ ਮੈਂ ਪ੍ਰਭੂ ਦੀ ਆਗਿਆ ਤੋੜੀ ਹੈ ਅਤੇ ਤੇਰੀਆਂ ਹਦਾਇਤਾਂ ਦੀ ਪਰਵਾਹ ਨਾ ਕੀਤੀ। ਮੈਂ ਆਪਣੇ ਲੋਕਾਂ ਤੋਂ ਡਰ ਗਿਆ ਸੀ। ਮੈਂ ਆਪਣੇ ਲੋਕਾਂ ਤੋਂ ਡਰ ਗਿਆ ਸੀ, ਇਸ ਲਈ ਮੈਂ ਉਹਨਾਂ ਦੀ ਗੱਲ ਮੰਨੀ, ਪਰ ਤੂੰ ਮੇਰੇ ਪਾਪ ਮਾਫ ਕਰ ਦੇ। ਉਸਨੇ ਪ੍ਰਭੂ ਦੇ ਅੱਗੇ ਫਿਰ ਵੀ ਨਹੀਂ ਹੋ ਗਿਆ। ਉਹ ਫਿਰ ਵੀ ਉਸ ਦੇ ਉੱਤੇ ਇੱਕ ਪੋਚਾ ਜਿਹਾ ਫੇਰਨਾ ਮੰਗਦਾ ਪਿਆ। ਸੋ ਕੀ ਉਹ ਸੱਚਮੁੱਚ ਇਹ ਕਹਿੰਦਾ ਪਿਆ ਕਿ ਮੈਂ ਪਾਪੀ ਹਾਂ?
ਅਗਲੀਆਂ ਆਇਤਾਂ ਤੋਂ ਪਤਾ ਲੱਗਦਾ ਕਿ ਉਹ ਕੀ ਕਹਿੰਦਾ ਪਿਆ। ਦੇਖੋ ਪਰ ਤੂੰ ਮੇਰੇ ਪਾਪ ਮਾਫ ਕਰ ਦੇ, ਮੇਰੇ ਨਾਲ ਗਿਲਗਾਲ ਨੂੰ ਚੱਲ ਕੇ ਮੈਂ ਪ੍ਰਭੂ ਦੀ ਉਪਾਸਨਾ ਕਰਾਂ। ਸੈਮੂਅਲ ਨੇ ਉੱਤਰ ਦਿੱਤਾ, ਨਹੀਂ, ਮੈਂ ਤੇਰੇ ਨਾਲ ਨਹੀਂ ਜਾਵਾਂਗਾ, ਕਿਉਂਕਿ ਤੂੰ ਪ੍ਰਭੂ ਦੇ ਵਚਨ ਨੂੰ ਰੱਦਿਆ ਹੈ ਤੇ ਉਸਨੇ ਤੈਨੂੰ ਇਜ਼ਰਾਈਲ ਦਾ ਰਾਜਾ ਹੋਣ ਤੋਂ ਰੱਦ ਦਿੱਤਾ ਹੈ। ਇਹ ਕਹਿ ਕੇ ਸੈਮੂਅਲ ਜਾਣ ਦੇ ਲਈ ਪਿਛਾਂਹ ਮੁੜਿਆ, ਪਰ ਸਾਊਲ ਨੇ ਉਸਦਾ ਚੋਗਾ ਕੱਸ ਕੇ ਫੜ ਲਿਆ ਜੋ ਪਾਟ ਗਿਆ। ਸੈਮੂਅਲ ਨੇ ਕਿਹਾ, ਪ੍ਰਭੂ ਨੇ ਤੇਰਾ ਰਾਜ ਅੱਜ ਤੇਰੇ ਕੋਲੋਂ ਪਾੜ ਕੇ ਤੇਰੇ ਗੁਆਂਢੀ ਦੇ ਹੱਥੀਂ ਸੌਂਪ ਦਿੱਤਾ ਹੈ, ਜੋ ਤੇਰੇ ਨਾਲੋਂ ਚੰਗਾ ਹੈ। ਇਸਰਾਇਲ ਦੀ ਸ਼ਾਨ ਪ੍ਰਭੂ ਨਾ ਝੂਠ ਬੋਲਦਾ ਹੈ ਤੇ ਨਾ ਹੀ ਪਛਤਾਉਂਦਾ ਹੈ, ਕਿਉਂਕਿ ਉਹ ਮਨੁੱਖ ਨਹੀਂ ਹੈ। ਸਾਊਲ ਨੇ ਉੱਤਰ ਦਿੱਤਾ, ਠੀਕ ਹੈ। ਯਾਨੀ ਕਿ ਹਾਲੇ ਵੀ, ਦੇਖੋ ਧਿਆਨ ਦੇ ਨਾਲ ਦੇਖੋ, ਠੀਕ ਹੈ, ਮੈਂ ਪਾਪ ਕੀਤਾ ਹੈ, ਪਰ ਤੂੰ ਮੇਰੇ ਲੋਕਾਂ, ਬਜ਼ੁਰਗਾਂ ਅਤੇ ਇਜ਼ਰਾਈਲ ਦੇ ਸਾਹਮਣੇ ਮੇਰਾ ਮਾਣ ਰੱਖ। ਯਾਨੀ ਕਿ ਉਸਨੂੰ ਬਾਹਰੀ ਚੀਜ਼ਾਂ ਦੀ ਪਈ ਹੋਆ, ਬਾਹਰਲੀਆਂ ਚੀਜ਼ਾਂ, ਕਿ ਉਹ ਹੋ ਜਾਣ। ਅਗਰ ਮੇਰੇ ਪੁੱਤਰ ਨੂੰ ਤੁਸੀਂ ਨਹੀਂ ਮਾਰਿਆ ਤਾਂ ਪ੍ਰਭੂ ਮੈਨੂੰ ਮਾਰ ਦੇਗਾ। ਉਸਨੂੰ ਆਪਣੀ ਪਈ ਹੋ, ਔਰ ਇੱਥੇ ਵੀ ਉਸਨੂੰ ਆਪਣੀ ਪਈ ਹੋ, ਕਿਤੇ ਲੋਕਾਂ ਦੇ ਵਿੱਚ ਮੇਰਾ ਮਾਣ ਨਾ ਘਟ ਜਾਏ। ਔਰ ਸੈਮੂਅਲ ਕਿਉਂ ਗਿਆ? ਸੈਮੂਅਲ ਗਿਆ ਉਹਦੇ ਨਾਲ, ਕਿਉਂ ਗਿਆ? ਉਹਦੇ ਪਿੱਛੇ ਵੀ ਇੱਕ ਚੀਜ਼ ਸੀ। ਅੱਛਾ, ਮਾਣ ਰੱਖ ਅਤੇ ਮੇਰੇ ਨਾਲ ਚੱਲ, ਜੋ ਮੈਂ ਜਾ ਕੇ ਪ੍ਰਭੂ ਤੇਰੇ ਪਰਮੇਸ਼ਰ ਦੀ ਉਪਾਸਨਾ ਕਰਾਂ। ਸੋ ਸੈਮੂਅਲ ਸਾਊਲ ਦੇ ਨਾਲ ਗਿਲਗਾਲ ਨੂੰ ਗਿਆ ਅਤੇ ਸਾਊਲ ਨੇ ਪ੍ਰਭੂ ਦੀ ਉਪਾਸਨਾ ਕੀਤੀ। ਤਦ ਸੈਮੂਅਲ ਨੇ ਕਿਹਾ, ਅਮਾਲੇਕੀ ਰਾਜਾ ਅਗਾਗ ਨੂੰ ਮੇਰੇ ਕੋਲ ਲੈ ਕੇ ਆ। ਪ੍ਰਭੂ ਨੇ ਕੱਲਿਆ ਉਹਨੂੰ। ਉਸਨੇ ਕਿਹਾ ਸੀ ਕਿ ਮੈਂ ਅਗਾਗ ਨੂੰ ਖਤਮ ਕਰ ਦਿੱਤਾ, ਚੇਤਾ? ਉਸਨੇ ਕਿਹਾ ਝੂਠ ਬੋਲਦਾ ਪਿਆ। ਸੋ ਸੈਮੂਅਲ ਨੇ ਉਸਨੂੰ ਦਿਖਾਇਆ ਕਿ ਤੂੰ ਹਾਲੇ ਵੀ ਝੂਠ ਬੋਲਦਾ ਪਿਆ, ਤੂੰ ਹਾਲੇ ਵੀ ਝੂਠ ਬੋਲਦਾ ਪਿਆ। ਜਿਹੜਾ ਤੂੰ ਕਹਿੰਦਾ ਨਾ ਕਿ ਮੈਂ ਪਾਪੀ ਆ, ਮੇਰੇ ਤੋਂ ਗਲਤੀ ਹੋ ਗਈ, ਮੇਰੇ ਤੋਂ ਆ ਹੋ ਗਿਆ, ਤੂੰ ਆਪਣਾ ਗੁਨਾਹ ਹਾਲੇ ਵੀ ਨਹੀਂ ਮੰਨਦਾ ਪਿਆ। ਤੈਨੂੰ ਇਹਦੀ ਸੀਰੀਅਸਨੈਸ ਹੀ ਨਹੀਂ ਪਤਾ। ਬਸ ਤੂੰ ਚੱਲ ਤੇ ਬਸ ਉੱਤੇ ਮਿੱਟੀ ਘਟਾ ਜਾ ਪਾ ਕੇ ਚਾਦਰ ਥੱਲੇ ਨੂੰ ਕਰ ਦੇ। ਬਸ ਮੇਰੇ ਲੋਕਾਂ ਨੂੰ ਪਤਾ ਲੱਗੇ ਕਿ ਸੈਮੂਅਲ ਖੜਾ ਉਹਦੇ ਨਾਲ, ਸੋ ਕੋਈ ਗਲਤੀ ਨਹੀਂ ਹੋਈ। ਉਸਨੇ ਕਿਹਾ, ਅਗਾਗ ਨੂੰ ਮੇਰੇ ਕੋਲ ਲੈ ਕੇ ਆਓ। ਸੈਮੂਅਲ, ਉਹ ਅਗਾਗ ਵੀ ਬੜਾ ਐਨ ਚੌੜਾ ਹੋ ਕੇ ਆਇਆ ਤੇ ਬਚ ਗਿਆ। ਪਰ ਸੈਮੂਅਲ ਨੇ ਤਲਵਾਰ ਕੱਢੀ, ਔਰ ਕਿਹਦੀ ਤਲਵਾਰ ਲਈ? ਦੇਖੋ, ਤਦ ਸੈਮੂਅਲ ਨੇ ਕਿਹਾ ਕਿ ਅਮਾਲੇਕੀ ਰਾਜਾ ਅਗਾਗ ਨੂੰ ਮੇਰੇ ਕੋਲ ਲੈ ਕੇ ਆਓ। ਅਗਾਗ ਨਿਸ਼ਚੰਤ ਹੋ ਕੇ ਇਹ ਸੋਚਦਾ ਹੋਇਆ ਆਇਆ ਕਿ ਉੱਥੇ ਹਾਜ਼ਰ ਹੋਇਆ ਕਿ ਹੁਣ ਮੌਤ ਦਾ ਛਾਇਆ ਮੇਰੇ ਕੋਲ ਦੂਰ ਹੋ ਗਿਆ ਹੈ। ਪਰ ਸੈਮੂਅਲ ਨੇ ਕਿਹਾ ਕਿ ਜਿਸ ਤਰ੍ਹਾਂ ਤੇਰੀ ਤਲਵਾਰ ਨੇ ਬਹੁਤ ਸਾਰੀਆਂ ਮਾਵਾਂ ਨੂੰ ਨਿਸੰਤਾਨ ਹੋ ਗਈਆਂ ਹਨ, ਇਸੇ ਤਰ੍ਹਾਂ ਅੱਜ ਤੇਰੀ ਮਾਂ ਵੀ ਨਿਸੰਤਾਨ ਹੋ ਜਾਵੇਗੀ। ਇਹ ਕਹਿ ਕੇ ਸੈਮੂਅਲ ਨੇ ਵੇਦੀ ਦੇ ਸਾਹਮਣੇ ਅਗਾਗ ਦੇ ਟੋਟੇ ਕਰ ਦਿੱਤੇ, ਔਰ ਫਿਰ ਉੱਥੋਂ ਚਲਾ ਗਿਆ ਔਰ ਨਿਰਾਸ਼ ਰਹਿਣ ਲੱਗਾ। ਆਖਰੀ ਨਬੀ ਹੈ, ਪਹਿਲਾ ਨਬੀ ਹੈ, ਆਖਰੀ ਨਿਆਈ ਹੈ। ਔਰ ਇਸ ਤੋਂ ਬਾਅਦ ਅਸੀਂ ਇਹ ਵੀ ਦੇਖਣਾ ਕਿ ਰਾਜਾ ਤੇ ਨਬੀ ਨਾਲ ਚੱਲਦੇ ਪਏ। ਜੇ ਰਾਜਾ ਆ ਤੇ ਨਬੀ ਉਸਦੇ ਨਾਲ, ਜਿਹੜੇ ਫੈਸਲੇ ਹੁੰਦੇ ਆ ਉਹ ਪ੍ਰਭੂ ਦੀ ਆਵਾਜ਼ ਉਸ ਨਬੀ ਦੇ ਰਾਹੀਂ ਜਾਂਦੀ ਹੈ। ਰਾਜਾ ਉਸ ਆਵਾਜ਼ ਨੂੰ ਸੁਣਦਾ ਹੈ, ਉਹਦੇ ਅਨੁਸਾਰ ਫੈਸਲੇ ਕਰਦਾ ਜਾਂ ਨਹੀਂ ਕਰਦਾ। ਲੇਕਿਨ ਅਸੀਂ ਇੱਥੇ ਇਹ ਦੇਖਦੇ ਹਾਂ ਕਿ ਸਾਊਲ ਨੂੰ ਪਰਮੇਸ਼ਵਰ ਨੇ ਰਾਜਾ ਹੋਣ ਦੇ ਲਈ ਹੁਣ ਖਤਮ ਕਰ ਦਿੱਤਾ। ਉਸਦਾ ਕੰਮ ਖਤਮ ਹੋ ਗਿਆ ਬੇਸਿਕਲੀ। ਲੋਕਾਂ ਦੇ ਸਾਹਮਣੇ ਉਸਨੇ ਸੈਮੂਅਲ ਨੂੰ ਬੁਲਾ ਕੇ ਕਿਹਾ ਕਿ ਤੂੰ ਮੈਨੂੰ ਮਾਫ ਕਰ, ਤੂੰ ਮੇਰੇ ਪਾਪ ਮਾਫ ਕਰ ਦੇ। ਬਈ ਸੈਮੂਅਲ ਕੌਣ ਹੁੰਦਾ ਉਹਦੇ ਪਾਪ ਮਾਫ ਕਰਨ ਵਾਲਾ?
ਉਸਨੂੰ ਇੰਨਾ ਵੀ ਨਹੀਂ ਪਤਾ, ਕਿਉਂਕਿ ਉਸਨੂੰ ਇਹ ਹੋਸ਼ ਹੀ ਨਹੀਂ ਇਸ ਚੀਜ਼ ਦੀ, ਕਿਉਂਕਿ ਉਸਨੇ ਆਪਣੇ ਦਿਮਾਗ 'ਚ ਆਲਰੇਡੀ ਬਣਾ ਲਈਆਂ ਸਾਰੇ ਪਲੰਦੇ ਬਣਾਏ ਹੋਆ ਕਿ ਹੁਣ ਮੈਂ ਰਾਜਾ, ਇਸ ਤੋਂ ਬਾਅਦ ਮੇਰਾ ਪੁੱਤਰ ਬਿਨਿਆਮੀਨ ਰਾਜਾ ਬਣੇਗਾ, ਫਿਰ ਉਸਦੀ ਸੰਤਾਨ ਰਾਜਾ ਬਣੇਗੀ। ਉਹ ਦੂਸਰੇ ਦੇਸ਼ਾਂ ਦੇ ਰਾਜਿਆਂ ਵਾਂਗ ਬਿਹੇਵ ਕਰਦਾ ਪਿਆ, ਜਦ ਕਿ ਅਸਲੀ ਰਾਜਾ ਪ੍ਰਭੂ ਆਪ ਆ। ਔਰ ਪ੍ਰਭੂ ਨੇ ਆਪਣਾ ਇੱਕ ਦਾਸ ਥਾਪਿਆ ਹੈ ਜੋ ਪ੍ਰਭੂ ਦੀ ਲੋਕਾਂ ਦੀ ਸੇਵਾ ਕਰੇ, ਲੇਕਿਨ ਉਹ ਉਲਟਾ ਉਸਨੇ ਦੂਸਰੇ ਰਾਜਿਆਂ ਦੇ ਵਾਂਗ ਐਕਟ ਕਰਨਾ ਸ਼ੁਰੂ ਕਰ ਦਿੱਤਾ, ਜੋ ਕਿ ਪ੍ਰਭੂ ਨੂੰ ਚੰਗਾ ਨਹੀਂ ਲੱਗਾ। ਸੋ ਉਸਨੂੰ ਮੌਕੇ ਤੋਂ ਬਾਅਦ ਮੌਕਾ, ਮੌਕੇ ਤੋਂ ਬਾਅਦ ਮੌਕਾ, ਮੌਕੇ ਤੋਂ ਬਾਅਦ ਮੌਕਾ ਮਿਲਿਆ, ਪਰ ਉਸਨੇ ਆਪਣੇ ਕੰਮ ਨਹੀਂ ਸੁਧਾਰੇ, ਉਸਨੇ ਪ੍ਰਭੂ ਦੀ ਆਵਾਜ਼ ਨੂੰ ਸੁਣਿਆ ਨਹੀਂ, ਉਸਨੇ ਸਾਰੇ ਕੰਮ ਆਪਣੇ ਤਰੀਕੇ ਨਾਲ ਕੀਤੇ। ਔਰ ਫਿਰ ਉਹ ਹੀ ਪਾਪ ਕਿ ਪ੍ਰਭੂ ਦੀ ਆਗਿਆ ਮੰਨਣ ਦੀ ਥਾਂ ਇਹ ਭੇਡਾਂ ਬਲੀਆਂ ਤੋਂ ਖੁਸ਼ ਹੁੰਦਾ ਨਹੀਂ। ਉਸਦੀ ਆਗਿਆ ਮੰਨਣਾ ਬਲੀਆਂ ਨਾਲੋਂ ਕਿਤੇ ਚੰਗਾ ਹੈ ਅਤੇ ਛਤਰਿਆਂ ਦੀ ਚਰਬੀ ਦੇ ਨਾਲੋਂ ਉਸਦਾ ਸੁਣਨਾ ਚੰਗਾ ਹੈ। ਪ੍ਰਭੂ ਦੀ ਆਗਿਆਕਾਰੀ ਜਾਦੂ ਟੂਣੇ ਦੇ ਬਰਾਬਰ ਹੈ ਅਤੇ ਜਿੱਦੀਪੁਣਾ ਤੇ ਵਿਚਾਰ ਮੂਰਤੀ ਪੂਜਾ ਦੇ ਬਰਾਬਰ ਹੈ। ਤੂੰ ਪ੍ਰਭੂ ਦੇ ਵਚਨ ਨੂੰ ਹੈਗਾ ਮਾਰਕਸ, ਤੂੰ ਪ੍ਰਭੂ ਦੇ ਵਚਨ ਨੂੰ ਰੱਦਿਆ ਹੈ, ਇਸ ਲਈ ਉਹ ਤੇਰਾ ਰਾਜਾ ਹੋਣਾ ਰੱਦਦਾ ਹੈ। ਔਰ ਕੱਲ ਨੂੰ ਅਸੀਂ ਦੇਖਾਂਗੇ ਇਸ ਦਾ ਅਸਰ ਕੀ ਹੋਣਾ, ਇਸ ਦਾ ਅਸਰ ਕੀ ਹੋਣਾ, ਔਰ ਪ੍ਰਭੂ ਨੇ ਕਿਸ ਤਰ੍ਹਾਂ ਜਿਸ ਲਈ ਇਸ ਦਾ ਸਾਥ ਛੱਡਣਾ ਤੇ ਪ੍ਰਭੂ ਨੇ ਇਸ ਦਾ ਸਾਥ ਕਿਸ ਤਰ੍ਹਾਂ ਛੱਡਣਾ। ਕੱਲ ਨੂੰ ਆਪਾਂ ਉਹ ਸਾਰੀਆਂ ਚੀਜ਼ਾਂ ਦੇਖਾਂਗੇ। ਆਓ ਪਿਆਰੇ ਪ੍ਰਭੂ, ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ। ਤੂੰ ਸਾਡਾ ਮਹਾਨ ਪਰਮੇਸ਼ਵਰ, ਤੇਰਾ ਵਚਨ ਪਵਿੱਤਰ। ਹੇ ਖੁਦਾਵੰਦ, ਸਾਨੂੰ ਤੂੰ ਇਹਨਾਂ ਪਾਪਾਂ ਤੋਂ ਬਚਾ ਕੇ ਰੱਖੀ, ਸਾਡਿਆਂ ਮਨਾਂ ਨੂੰ ਆਗਿਆਕਾਰੀ ਬਣਾ ਕੇ ਰੱਖੀ। ਪ੍ਰਭੂ ਜੀ, ਜਿਸ ਤਰ੍ਹਾਂ ਤੇਰਾ ਰਹਿਮ ਸਾਡੇ ਉੱਤੇ ਹਮੇਸ਼ਾ ਬਣਿਆ ਰਿਹਾ, ਪਤਾ ਨਹੀਂ ਪ੍ਰਭੂ ਖੁਦਾਵੰਦ ਕੀ ਤੇਰੇ ਦਿਲ ਦੇ ਵਿੱਚ ਆਇਆ ਕਿ ਤੂੰ ਸਾਨੂੰ ਆਪਣੇ ਲਈ ਚੁਣਿਆ ਔਰ ਵੱਖਰੇ ਕੀਤਾ ਔਰ ਦੱਸਿਆ ਕਿ ਧਰਤੀ ਦੀਆਂ ਨੀਹਾਂ ਰੱਖਣ ਤੋਂ ਪਹਿਲਾਂ ਸਾਡਾ ਨਾਮ ਚੁਣਿਆ ਗਿਆ। ਇਸ ਦੇ ਲਈ ਅਸੀਂ ਤੇਰਾ ਸ਼ੁਕਰ ਕਰਦੇ ਹਾਂ। ਅਸੀਂ ਕਮਜ਼ੋਰ ਲੋਕ ਹਾਂ ਪ੍ਰਭੂ ਜੀ, ਅਸੀਂ ਪਾਪੀ ਹਾਂ, ਸਾਡੇ ਅੰਤ ਕਰਨ ਦੇ ਵਿੱਚ ਪਾਪ ਛੁਪਿਆ ਹੈ, ਪਰ ਖੁਦਾਵੰਦ ਤੂੰ ਦਿਆਲੂ ਹੈ। ਸੋ ਅਸੀਂ ਸਿਰਫ ਤੇਰੀ ਦਇਆ ਮੰਗਦੇ ਹਾਂ ਆਪਣੇ ਲਈ। ਸੋ ਸਾਡੇ ਤੇ ਦਇਆ ਰੱਖੀ, ਸਾਨੂੰ ਉਹਨਾਂ ਰਸਤਿਆਂ ਦੇ ਵੱਲ ਲੈ ਕੇ ਵੀ ਨਾ ਜਾਈਂ ਜਿੱਥੇ ਪ੍ਰਭੂ ਜੀ ਸਾਡੇ ਕੋਲੋਂ ਪਾਪ ਹੋਏ। ਸਾਡੀਆਂ ਸੋਚਾਂ ਨੂੰ ਆਪਣੇ ਪ੍ਰਭੂ ਜੀ ਪੂਰੇ ਕੰਟਰੋਲ ਦੇ ਵਿੱਚ ਰੱਖੀ। ਜਦ ਤੱਕ ਅਸੀਂ ਦੁਆਰਾ ਮਿਲੀਏ, ਤੇਰੀ ਹਜ਼ੂਰੀ ਸਾਡੇ ਸਭ ਦੇ ਨਾਲ ਬਣੀ ਹੈ। ਇਹ ਸਭ ਕੁਝ ਅਸੀਂ ਆਪਣੇ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਪਿਆਰੇ ਨਾਮ ਚ ਮੰਗਦੇ ਔਰ ਸਾਰੇ Bless you. ਖੁਦਾਵੰਦ ਤੁਹਾਨੂੰ ਬਰਕਤ ਦੇ ਔਰ ਤੁਹਾਡੇ ਸਾਰਿਆਂ ਦੇ ਨਾਲ ਮਿਲੇ। ਕੱਲ ਨੂੰ ਸੇਮ ਟਾਈਮ ਮਿਲਾਂਗੇ ਔਰ ਪ੍ਰਭੂ ਦੇ ਵਚਨ ਦੇ ਵਿੱਚੋਂ 16ਵਾਂ ਭਾਗ